ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀ ਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਕੰਪਿਊਟਰ ਦੀ ਮੌਕ ਟੈਸਟ ਸੀਰੀਜ਼ ਨੂੰ ਜਿਹੜਾ ਅੱਗੇ ਵਧਾਵਾਂਗੇ। ਆਪਾਂ ਪੰਜਾਬ ਪਟਵਾਰੀ PAU ਦੇ ਵਿੱਚ ਪਟਵਾਰੀ ਦੀਆਂ ਪੋਸਟਾਂ ਆਈਆਂ ਨੇ, ਕੰਪਿਊਟਰ ਆਪਰੇਟਰ ਦੀਆਂ ਪੋਸਟਾਂ ਆਈਆਂ ਨੇ, ਵਾਰਡ ਅਟੈਂਡੈਂਟ ਦਾ ਪੇਪਰ ਕਹਿ ਰਹੇ ਨੇ ਵੀ ਛੇਤੀ ਜਿਹੜਾ ਲੈਣਾ ਯੂਨੀਵਰਸਿਟੀ ਨੇ। ਤੁਹਾਡਾ ਵਕਫ ਬੋਰਡ, ਠੀਕ ਹੈ। ਚੰਡੀਗੜ੍ਹ ਦੇ ਵਿੱਚ ਫੋਰੈਸਟ ਅਤੇ ਫੋਰੈਸਟ ਗਾਰਡ ਦੀਆਂ ਪੋਸਟਾਂ ਨੇ, ਉਹਦੇ ਵਿੱਚ ਵੀ ਕੰਪਿਊਟਰ ਜਿਹੜਾ ਉਹ 10 ਤੋਂ 15 ਨੰਬਰ ਦਾ ਜੀ, ਠੀਕ ਹੈ। ਤਾਂ ਪੰਜਾਬ ਦੇ ਹਰ ਇੱਕ ਪੇਪਰ ਦੇ ਵਿੱਚ ਜਿਹੜਾ ਕੰਪਿਊਟਰ ਦੀ ਵੇਟੇਜ ਆ ਉਹ 20 ਨੰਬਰ ਮੈਕਸੀਮਮ ਹੁੰਦੀ ਹੈ ਜੀ, ਠੀਕ ਹੈ। ਮਿਨੀਮਮ 15 ਹੋਵੇ, 10 ਹੋਵੇ, ਠੀਕ ਹੈ। ਤਾਂ 10 ਤੋਂ ਤਾਂ ਘੱਟ ਕੁਐਸਚਨ ਹੁੰਦੇ ਨਹੀਂ, ਅਤੇ 20 ਤੋਂ ਮਤਲਬ 20 ਨੰਬਰ ਅਪਰੋਕਸੀਮੇਸ਼ਨ ਤੁਹਾਡੇ ਹੁੰਦੇ ਹੀ ਨੇ, ਜਿਨ੍ਹਾਂ ਦੇ ਵਿੱਚ ਕੀ ਹੈ ਜੀ ਬੱਚਿਆਂ ਨੂੰ ਬਹੁਤ ਤਕਲੀਫ ਆਉਂਦੀ ਹੈ, ਠੀਕ ਹੈ। ਤਾਂ ਆਪਾਂ ਇਹ ਸੈਸ਼ਨ ਕੀ ਹੈ ਜੀ ਪੰਜਾਬੀ ਦੇ ਵਿੱਚ ਕੀ ਹੈ ਤਿਆਰ ਕਰਦੇ ਹਾਂ, ਅਤੇ ਉਹਨੂੰ ਕੀ ਹੈ ਵੱਧ ਤੋਂ ਵੱਧ ਉਹਦੇ ਵਿੱਚ ਜਾਣਕਾਰੀ ਦਿੰਦੇ ਆ, ਜਿਹੜੀ ਕਿ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਇਹ ਜਿਹੜੇ ਕੁਐਸਚਨ ਨੇ ਤੁਹਾਡੇ 20 ਕੁਐਸਚਨ ਨਹੀਂ ਹੁੰਦੇ, 20 ਕੁਐਸਚਨ ਦੀ ਜਗ੍ਹਾ 'ਤੇ ਇਹ ਤੁਹਾਡੇ ਘੱਟੋ ਘੱਟ ਤੁਹਾਡੇ 50 ਤੋਂ 60 ਕੁਐਸਚਨ ਹੁੰਦੇ ਨੇ। ਕਿਉਂ? ਕਿਉਂਕਿ ਆਪਾਂ ਇੱਕ ਕੁਐਸਚਨ ਦੇ ਵਿੱਚ ਸਾਰੀਆਂ ਆਪਸ਼ਨਸ ਵੀ ਕਵਰ ਕਰਦੇ ਹਾਂ, ਸਾਰੇ ਉਹਦੇ ਬਾਰੇ ਡਿਟੇਲ ਦੇ ਵਿੱਚ ਸਮਝਾਉਂਦੇ ਹਾਂ, ਠੀਕ ਹੈ ਜੀ। ਤਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਸਪੋਰਟ ਕਰੋ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। You can use the dash bar to type a URL and display a web page, or take a keyword to display a list of related web pages। ਦੇਖੋ ਜੀ, ਕਹਿੰਦਾ ਤੁਹਾਨੂੰ ਕੀ ਚੀਜ਼ ਯੂਜ਼ ਕਰਨੀ ਪਊ, ਕੀ ਚੀਜ਼ ਵਰਤਣੀ ਪਊਗੀ ਜਦੋਂ ਤੁਸੀਂ ਕੀ ਹੈ ਜੀ URL ਦੇ ਵਿੱਚ ਕੀ ਹੈ ਜੀ ਟਾਈਪ ਕਰਨਾ ਹੈ। ਤਾਂ ਦੇਖੋ ਜੀ, ਸਕਰੀਨ ਹੈ ਕੰਪਿਊਟਰ ਦੀ, ਠੀਕ ਹੈ। ਫੋਰ ਐਗਜ਼ਾਮਪਲ ਗੱਲ ਕਰ ਰਹੇ ਹਾਂ, ਤੁਸੀਂ ਇੰਟਰਨੈਟ ਚਲਾਉਂਦੇ ਹੋ, ਕ੍ਰੋਮ ਖੋਲ੍ਹਿਆ, ਤਾਂ ਕ੍ਰੋਮ ਦੇ ਵਿੱਚ ਨਾ ਉੱਪਰ ਤਾਂ ਇੱਕ ਮਤਲਬ ਟਾਈਟਲ ਬਾਰ ਜੀ ਹੁੰਦੀ ਹੈ, ਠੀਕ ਹੈ। ਉਦੋਂ ਬਾਅਦ ਥੱਲੇ ਨਾ ਇੱਥੇ ਇੱਕ ਸਰਚ ਜਿਹੀ ਵਾਲੀ ਮਤਲਬ ਕੀ ਬਣਿਆ ਹੁੰਦਾ ਗਾ, ਸਰਚ ਵਾਲਾ ਬਾਕਸ ਜਿਹਾ ਹੁੰਦਾ ਜੀ ਲੰਬਾ ਸਾਰਾ, ਠੀਕ ਹੈ। ਤਾਂ ਉੱਥੇ ਆਪਾਂ ਨੂੰ ਟਾਈਪ ਕਰਨਾ ਪੈਂਦਾ, ਠੀਕ ਹੈ। ਤਾਂ ਉਹਨੂੰ ਕੀ ਕਹਿੰਦੇ ਨੇ, ਬਸ ਇਹੀ ਕੁਐਸਚਨ ਦੇ ਵਿੱਚ ਪੁੱਛਿਆ ਜੀ, ਸਰਚ ਕਹਿੰਦੇ ਨੇ, ਠੀਕ ਹੈ। ਸਰਚ ਵਾਲੀ ਜਿਹੜੀ ਬਾਰ ਆ ਤੁਹਾਨੂੰ ਉੱਤੇ ਟਾਈਪ ਕਰਨਾ ਪਊਗਾ, ਫਿਰ ਤੁਸੀਂ ਕੀ ਕਰ ਸਕਦੇ ਹੋ, ਉੱਥੇ URL ਹੈ ਜਿਹੜਾ ਉਹ ਤੁਸੀਂ ਭਰ ਸਕਦੇ ਹੋ। ਤਾਂ ਜਿਵੇਂ ਵੀ ਕੁਛ ਵੀ ਫਰਦਰ ਅੱਗੇ ਤੁਸੀਂ ਖੋਲ੍ਹਣਾ ਹੈ ਤਾਂ ਉਹ ਖੁੱਲ੍ਹ ਜੂਗਾ, ਠੀਕ ਹੈ। ਤਾਂ ਇਹੀ ਇਹਨੇ ਕੁਐਸਚਨ ਪੁੱਛਿਆ। ਹੁਣ ਇੱਥੇ ਗੱਲ ਕਰਦੇ ਹਾਂ ਆਪਾਂ URL ਦੀ। ਤਾਂ ਪੇਪਰ ਦੇ ਵਿੱਚ ਫੁੱਲ ਫਾਰਮਸ ਬਹੁਤ ਪੁੱਛਦਾ ਹੈ। ਯੂਨੀਫਾਰਮ ਰਿਸੋਰਸ ਲੋਕੇਟਰ, ਯੂਨੀਫਾਰਮ ਰਿਸੋਰਸ ਲੋਕੇਟਰ ਕਿਹਦੀ ਫੁੱਲ ਫਾਰਮ ਹੈ ਜੀ? URL ਦੀ ਹੈ ਜੀ, ਠੀਕ ਹੈ। ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ? ਦੇਖੋ, ਇੱਕ ਤੁਸੀਂ ਜਦੋਂ ਨਾ ਵਰਡ ਖੋਲ੍ਹਦੇ ਹੋ ਜਾਂ ਕੋਈ ਵੀ ਵਰਡ ਪੈਡ ਖੋਲ੍ਹਦੇ ਹੋ ਤਾਂ ਉੱਥੇ ਨਾ ਆਪਸ਼ਨਾਂ ਬਣੀਆਂ ਹੁੰਦੀਆਂ ਨੇ, ਕਿਹੜੀਆਂ ਕਿਹੜੀਆਂ? ਜਿਵੇਂ ਫਾਈਲ, ਜਿਵੇਂ ਐਡਿਟ, ਠੀਕ ਹੈ। ਫਾਈਲ, ਐਡਿਟ, ਤੁਹਾਡਾ ਇਨਸਰਟ, ਠੀਕ ਹੈ ਜੀ, ਅਤੇ ਵਿਊ, ਠੀਕ ਹੈ। ਇਸ ਤਰ੍ਹਾਂ ਦੀਆਂ ਆਪਸ਼ਨ ਹੁੰਦੀਆਂ ਨੇ। ਤਾਂ ਪੇਪਰ 'ਚ ਪੁੱਛ ਸਕਦਾ ਵੀ ਕਿਹੜੀ ਆਪਸ਼ਨ ਦੇ ਵਿੱਚ ਇਸ ਤਰ੍ਹਾਂ ਬਾਕਸ ਹੁੰਦੇ ਨੇ, ਦੇਖੋ, ਠੀਕ ਹੈ। ਤਾਂ ਦੇਖਿਓ ਜੀ, ਤੁਸੀਂ ਧਿਆਨ ਨਾਲ ਗੌਰ ਕਰਿਓ। ਤਾਂ ਇੱਥੋਂ ਕੁਐਸਚਨ ਬਣਾ ਲੈਂਦਾ ਉਹ। ਕਿਵੇਂ ਕੁਐਸਚਨ ਬਣਾਉਂਦਾ? ਪੁੱਛ ਲੈਂਦਾ ਨਿਊ, ਜੇ ਤੁਸੀਂ ਪੇਜ ਲੈਣਾ ਹੈ ਤਾਂ ਉਹ ਆਪਸ਼ਨ ਤੁਹਾਨੂੰ ਕਿਹੜੀ ਚੀਜ਼ 'ਚੋਂ ਮਿਲੂਗੀ? ਤਾਂ ਫਾਈਲ 'ਚੋਂ ਮਿਲੂਗੀ। ਤਾਂ ਮੈਂ ਤੁਹਾਨੂੰ ਇੱਕ ਵਾਰ ਸਾਰਾ ਲਿਖ ਕੇ ਦੱਸ ਦੇਣਾ। ਨਿਊ ਫਾਈਲ ਲੈਣੀ ਹੈ, ਸੇਵ ਕਰਨਾ ਹੈ, ਸੇਵ ਐਜ਼ ਕਰਨਾ ਹੈ। ਸਾਰੀਆਂ ਆਪਸ਼ਨ ਨੇ ਕੀ 'ਚ ਨੇ ਜੀ, ਤੁਹਾਡੀਆਂ ਫਾਈਲ ਦੇ ਵਿੱਚ ਨੇ। ਅਤੇ ਐਡਿਟ ਦੇ ਵਿੱਚ ਕਿਹੜੀਆਂ ਕਿਹੜੀਆਂ ਆਪਸ਼ਨਸ ਨੇ? ਐਡਿਟ ਦੇ ਵਿੱਚ ਹੈਗੀਆਂ ਜੀ ਤੁਹਾਡੀਆਂ ਕੱਟ, ਐਡਿਟ ਦੇ ਵਿੱਚ ਹੈਗਾ ਜੀ ਤੁਹਾਡਾ ਕੱਟ, ਕਾਪੀ, ਪੇਸਟ, ਠੀਕ ਹੈ। ਕੱਟ, ਕਾਪੀ, ਪੇਸਟ, ਅੰਡੂ, ਠੀਕ ਹੈ। ਤਾਂ ਇਹ ਸਾਰੀਆਂ ਐਡਿਟ ਦੇ ਵਿੱਚ ਪਾਈਆਂ ਜਾਂਦੀਆਂ ਨੇ। ਇਨਸਰਟ ਦੇ ਵਿੱਚ ਕਿਹੜੀਆਂ ਕਿਹੜੀਆਂ ਹੁੰਦੀਆਂ ਜੀ? ਹੈਡਰ, ਸੁਣਿਆ ਹੋਊਗਾ ਤੁਸੀਂ ਨਾਮ, ਹੈਡਰ, ਫੁੱਟਰ। ਹੈਡਰ ਫੁੱਟਰ ਕੀ ਹੁੰਦੇ ਜੀ? ਬੇਸਿਕਲੀ ਮਤਲਬ ਆਪਾਂ ਜਿਹੜੇ ਜਿਵੇਂ ਕਿਤਾਬ ਹੁੰਦੀ ਹੈ ਨਾ, ਕਿਤਾਬ ਦੇ ਉੱਤੇ ਕੀ ਹੁੰਦੇ ਜੀ, ਪੰਨਾ ਨੰਬਰ ਦੱਸਿਆ ਹੁੰਦਾ ਹੈ, ਪੇਜ ਨੰਬਰ ਦੱਸਿਆ ਹੁੰਦਾ, ਜਾਂ ਡੇਟ ਵਗੈਰਾ, ਜਾਂ ਰਾਈਟਰ ਨੇਮ ਕੁਛ ਵੀ ਪਾਇਆ ਹੁੰਦਾ, ਤਾਂ ਉਹ ਹੈਡਰ ਫੁੱਟਰ ਹੁੰਦੇ ਨੇ, ਠੀਕ ਹੈ। ਆਪਾਂ ਉਹ ਕਿੱਥੇ ਵੀ ਲਗਾ ਸਕਦੇ ਹਾਂ, ਥੱਲੇ ਵੀ ਹੁੰਦਾ, ਉੱਪਰ ਵੀ ਹੁੰਦਾ। ਹੈਡਰ ਉੱਪਰ ਵਾਲੇ ਨੂੰ ਹੈਡਰ ਕਹਿ ਦਿੰਦੇ ਆ, ਥੱਲੇ ਵਾਲੇ ਨੂੰ ਕੀ ਕਹਿੰਦੇ ਜੀ? ਫੁੱਟਰ ਕਹਿ ਦਿੰਦੇ ਆ। ਵਿਊ ਦੇ ਵਿੱਚ ਕੀ ਹੁੰਦਾ ਜੀ? ਨੋਰਮਲ ਦੀ ਆਪਸ਼ਨ ਹੁੰਦੀ ਹੈ, ਨੋਰਮਲ ਦੀ ਆਪਸ਼ਨ ਹੁੰਦੀ ਹੈ ਜੀ। ਪ੍ਰਿੰਟ ਲੇਆਊਟ ਦੀ ਹੁੰਦੀ ਹੈ ਜੀ, ਪ੍ਰਿੰਟ ਲੇਆਊਟ ਦੀ, ਠੀਕ ਹੈ। ਇੰਨੀ ਗੱਲ ਵੀ ਧਿਆਨ 'ਚ ਰੱਖਣੀ ਹੈ। ਅਤੇ ਤੁਹਾਡੀ ਕੀ ਹੈ ਜੀ? ਟੂਲ ਬਾਰ। ਤਾਂ ਇੰਨੀਆਂ ਚੀਜ਼ਾਂ ਤੁਸੀਂ ਯਾਦ ਰੱਖ ਸਕਦੇ ਹੋ। ਦੇਖੋ,
फाइल एडिट इंसर्ट व्यू इस तरह के की है जी डब्बे जे बने ने छोटे छोटे, ठीक है। स्क्रीन जिवें आ तुहाडी स्क्रीन है तो उपर होंदे ने, ठीक है। थल्ले की हुंदा जी पेज हुंदा, ठीक है, खाली। तो फाइल दे विच पेपर दे विच पुछ लैणगे किहड़ियां चीज़ां हुंदियां। हुण जे तुहानूं क्वेश्चन पुछ लिया उहने सेव किहड़े मेनू दे विच हुंदा है, मेनू हुंदी है जी ये, किहड़े मेनू दे विच हुंदा है, तो आपां कहांगे जी फाइल मेनू दे विच हुंदा है। कट की जी ऑप्शन पाई जाती है वो काहदे च पाई जाती है जी, तो एडिट दे विच पाई जाती है। एडिट दे विच जाके असीं की कर सकते हैं, कट कर सकते हैं। वैसे शॉर्टकट की भी हुंदी है तो वो भी वरतते हैं, तो इस रिलेटिड भी की है जी क्वेश्चन बना सकता है। हैडर फुटर बहुत पुछदा जी पेपर दे विच किहदे च हुंदा, तो बच्चे की है कन्फ्यूज़ हो जाते हैं। तो इंसर्ट दे विच की हुंदा जी हैडर ते फुटर हुंदा है। इन्नी गल तुसीं की है जी ध्यान दे विच रखनी है। दूजे क्वेश्चन ते आपां आउणे आ, ये वैब कॉन्सिस्ट्स ऑफ one or more web pages located on a web server। कहता ਕਿਹੜੀ ਚੀਜ਼ ਕੰਸਿਸਟ ਕਰਦੀ ਹੈ ਜਿਹਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਜਿਹੜੇ ਵੈਬ ਪੇजेस ਹੁੰਦੇ ਆ ਉਹ ਲੋਕੇਟ ਕੀਤੇ ਹੁੰਦੇ ਨੇ, ਤਾਂ ਵੈਬ ਸਾਈਟ ਹੈ ਜਿਹੜਾ ਇਹਦਾ ਜੀ ਸਹੀ ਆਨਸਰ ਹੈ, ਠੀਕ ਹੈ। ਸਾਈਟ ਹੈ ਜਿਹੜਾ ਉਹ ਇਹਦਾ ਸਹੀ ਆਨਸਰ ਹੈ ਜੀ। ਥੋੜ੍ਹਾ ਜਿਹਾ ਮੈਂ ਤੁਹਾਨੂੰ ਐਕਸਟਰਾ ਦੱਸਾਂ, ਦੇਖੋ ਜੀ ਨੈਟਵਰਕ ਡਿਵਾਈਸ ਇੱਕ ਆਪਾਂ ਟੌਪਿਕ ਹੈ ਜੀ ਕੰਪਿਊਟਰ ਦਾ, डिटेल ਦੇ ਵਿੱਚ ਨਹੀਂ ਪੜ੍ਹਨਾ, ਬਸ ਤੁਹਾਨੂੰ ਮੈਂ ਜਿੰਨਾ ਪੜ੍ਹਾਇਆ ਉਨਾ ਹੀ ਬਹੁਤ ਹੈ ਜੀ, ਇਹਨੂੰ ਚੰਗੀ ਤਰ੍ਹਾਂ ਪੜ੍ਹ ਲਿਓ। ਨੈਟਵਰਕ ਡਿਵਾਈਸਿਸ ਹੁੰਦੀਆਂ ਜੀ, ਇਹ ਕੀ ਹੁੰਦੀਆਂ, ਇਹ ਯੂਜ਼ ਕੀਤੀਆਂ ਜਾਂਦੀਆਂ ਕਨੈਕਟ ਕੰਪਿਊਟਰ ਔਨ ਦਾ ਅਨਦਰ ਇਲੈਕਟ੍ਰੋਨਿਕ ਡਿਵਾਈਸ ਟਗੈਦਰ ਦੇ ਕੈਨ ਸ਼ੇਅਰ ਫਾਈਲਸ, ਮਤਲਬ ਫਾਈਲਸ ਨੂੰ ਕੀ ਹੈ ਜੀ ਸ਼ੇਅਰ ਕਰਨ ਵਾਸਤੇ ਇਹ ਜਿਹੜੀ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਪੇਪਰ 'ਚ ਪੁੱਛ ਲੈਂਦੇ ਇਹਨਾਂ ਵਿੱਚੋਂ ਦੱਸੋ ਕਿਹੜੀ ਹੈ ਜਿਹੜੀ ਉਹ ਨੈਟਵਰਕ ਡਿਵਾਈਸ ਨਹੀਂ ਹੈਗੀ ਜਾਂ ਹੈਗੀ ਹੈ, ਠੀਕ ਹੈ। ਉਹ ਕਿਵੇਂ ਵੀ ਬਣਾ ਲਏ, ਮੈਂ ਤੁਹਾਨੂੰ ਸਾਰਾ ਦੱਸ ਦਿੰਦਾ। ਨੈਟਵਰਕ ਡਿਵਾਈਸਿਸ ਹੈ ਕਿਹੜੀਆਂ ਹੱਬ ਕੀ ਹੈ ਜੀ ਨੈਟਵਰਕ ਡਿਵਾਈਸ ਹੈ, ਠੀਕ ਹੈ। ਤੁਹਾਡਾ ਰਿਪੀਟਰ ਕੀ ਹੈ ਜੀ ਨੈਟਵਰਕ ਡਿਵਾਈਸ ਹੈ। ਸਵਿਚ ਇਹ ਵੀ ਕੀ ਹੈ ਜੀ ਨੈਟਵਰਕ ਡਿਵਾਈਸ ਹੈ। ਬ੍ਰਿਜ ਇਹ ਵੀ ਤੁਹਾਡਾ ਨੈਟਵਰਕ ਡਿਵਾਈਸ ਹੈ। ਰਾਊਟਰ, ठीक है। तो ये सारे की ने जी नैटवर्क डिवाइसिस ने जी, ध्यान रखियो, सुपर इंपॉर्टेंट क्वेश्चन है जी, ठीक है। हब लिखा पाया तो इत्थे ध्यान रखियो जी, ठीक है। डैश आर यूज्ड टू आइडेंटिफाई आ यूज़र हू रिटर्नस टू आ वैबसाइट। तो कुकीज़ याद रखियो जी, इसका सही आंसर है। कुकीज़ की हुंदे ने, मैं पिछले लैक्चरस दे विच भी दस्सिया होया जी। कुकीज़ ਹੁੰਦੇ ਨੇ ਜਿਵੇਂ ਆਪਾਂ ਨਾ ਕੋਈ ਵੀ ਮੰਨ ਲਓ YouTube ਤੇ ਕੀ ਕਰਦੇ ਆ ਆਪਾਂ, ਕੋਈ ਵੀ ਪੰਜਾਬੀ ਆਪਾਂ ਕਹਿਤਾ ਵੀ ਸੌਂਗਸ ਖੋਲ੍ਹਣੇ ਨੇ, ਠੀਕ ਹੈ। ਪੰਜਾਬੀ ਸੌਂਗਸ ਖੋਲ੍ਹੇ, ਠੀਕ ਹੈ। ਤਾਂ ਕੰਪਿਊਟਰ ਕੀ ਕਰਦਾ, ਇੱਕ ਵਾਰ ਤਾਂ ਆਪਾਂ ਨੂੰ ਖੋਲ੍ਹ ਕੇ ਦੇ ਦੂਗਾ, ਤਾਂ ਦੂਜੀ ਵਾਰ ਤੁਸੀਂ ਜਦੋਂ ਬੰਦ ਕਰਕੇ YouTube ਖੋਲੋਗੇ ਤਾਂ ਦੂਜੀ ਵਾਰ ਵੀ ਸਾਨੂੰ ਨਾ ਪੰਜਾਬੀ ਸੌਂਗਸ ਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ, ਠੀਕ ਹੈ, ਉਹ ਦੁਬਾਰੇ ਦਿਖਾਈ ਜਾਊਗੀ YouTube, ਮਤਲਬ ਰੈਪੀਟੀਸ਼ਨ ਜੀ ਹੁੰਦੀ ਰਹਿੰਦੀ ਹੈ, ਮਤਲਬ ਉਹੀ ਚੀਜ਼ਾਂ ਦੁਬਾਰੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਜਿੰਨਾ ਚੱਕਰ ਅਸੀਂ ਕੋਈ ਹੋਰ ਚੀਜ਼ ਨਾ ਸਰਚ ਕਰੀਏ। ਤਾਂ ਉਹ ਕੁਕੀਜ਼ ਬਣ ਜਾਂਦੇ ਨੇ, ਮਤਲਬ ਪਤਾ ਲੱਗ ਜਾਂਦਾ ਬੰਦਾ ਇਹ ਕਿਹੜੀ ਕੈਟੇਗਰੀ ਨੂੰ ਕੀ ਹੈ ਜੀ ਫੋਲੋ ਕਰਦਾ, ਮਤਲਬ ਆਹ ਚੀਜ਼ਾਂ ਜ਼ਿਆਦਾ ਦੇਖਦਾ ਉਹ YouTube ਉਹਨੂੰ ਰਿਪਰੈਜ਼ੈਂਟ ਕਰ ਦਿੰਦੀ ਹੈ। ਜੇ ਫਿਲਮਾਂ ਦੇਖਦਾ ਹੈ ਤਾਂ ਉਹ YouTube ਉਹਨੂੰ ਰਿਪਰੈਜ਼ੈਂਟ ਕਰ ਦੂ, ਠੀਕ ਹੈ। ਤਾਂ ਉਹ ਕੁਕੀਜ਼ ਬਣ ਜਾਂਦੇ ਨੇ। ਤਾਂ ਸਿੱਧਾ ਤੁਸੀਂ ਯਾਦ ਰੱਖਿਓ ਬਸ, ਕੁਕੀਜ਼ ਇਹਦਾ ਜਿਹੜਾ ਹੈਗਾ ਉਹ ਸਹੀ ਆਨਸਰ ਹੈ, ਠੀਕ ਹੈ ਜੀ। ਤਾਂ ਫੋਰਥ ਕੁਐਸਚਨ 'ਤੇ ਆਉਂਦੇ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਓਪਨ ਸੋਰਸ ਸੌਫਟਵੇਅਰ। ਇਹਨਾਂ ਵਿੱਚੋਂ ਜਿਹੜਾ ਓਪਨ ਸੋਰਸ ਸੌਫਟਵੇਅਰ ਹੈ ਜੀ ਉਹ ਕਿਹੜਾ ਜੀ ਲਾਈਨੈਕਸ ਬੀ। ਤਾਂ ਪੇਪਰ 'ਚ ਪੁੱਛ ਸਕਦੇ ਨੇ ਓਪਨ ਸੋਰਸ ਸੌਫਟਵੇਅਰ ਕਿਹੜਾ ਜੀ ਲਾਈਨੈਕਸ, ਠੀਕ ਹੈ। ਵਿੰਡੋਜ਼ ਹੈ ਜਿਹੜਾ ਇਹ ਕਲੋਜ਼ ਹੈ ਜੀ, ਦੋ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਨੇ ਜੀ, ਓਪਨ ਅਤੇ ਕਲੋਜ਼ ਸੋਰਸ ਸੌਫਟਵੇਅਰ, ਠੀਕ ਹੈ ਜੀ। ਯਾਦ ਰੱਖਿਓ ਅਡੋਬ ਫੋਟੋਸ਼ੋਪ ਜਿੱਥੇ ਆਪਾਂ ਕੀ ਹੈ ਜੀ ਐਡੀਟਿੰਗ ਵਗੈਰਾ ਕਰਦੇ ਹਾਂ, ਠੀਕ ਹੈ, ਤਾਂ ਉਹ ਅਡੋਬ ਫੋਟੋਸ਼ੋਪ ਹੁੰਦੀ ਹੈ। ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦੇਵਾਂ, ਇੱਕ ਗੱਲ ਯਾਦ ਰੱਖਿਓ ਕੀ ਪੁੱਛਦਾ ਪੇਪਰ ਦੇ ਵਿੱਚ, ਇੱਕ ਹੁੰਦੀ ਹੈ ਜੀ JPEG ਹੁੰਦੀ ਹੈ ਨਾ ਜੀ ਐਕਸਟੈਂਸ਼ਨ ਆਪਾਂ ਕਹਿੰਦੇ ਹਾਂ, ਤਾਂ ਇਹਦੀ ਪੇਪਰ 'ਚ ਫੁੱਲ ਫਾਰਮ ਪੁੱਛ ਲੈਂਦੇ ਨੇ, ਜੁਆਇੰਟ ਫੋਟੋਗ੍ਰਾਫਿਕ एक्सपर्ट ग्रुप, ठीक है। याद रखियो बहुत इंपॉर्टेंट है। JPEG MPEG काहदे वास्ते हुंदी है, इमेज की जिहड़ी एक्सटेंशन हुंदी है वो JPEG हुंदी है। MPEG की फुल फॉर्म पुछ ले जी तो मोशन पिक्चर पिछे एक्सपर्ट ग्रुप वही, ठीक है जी, एक्सपर्ट ग्रुप याद रखियो सुपर इंपॉर्टेंट है, ठीक है जी। क्लीयर है जी गल। JPEG की पूछे तो जॉइंट फोटोग्राफी एक्सपर्ट ग्रुप,
MPEG की पूछे तो मोशन पिक्चर एक्सपर्ट ग्रुप। ठीक है जी, याद रखियो। What is the name of the software that allows us to browse through a web pages called? ਤੁਹਾਨੂੰ ਕੀ ਹੈ ਜੀ, ਵੈਬ ਪੇਜ ਜਿਹੜੇ ਅਲਾਓ ਕਰਦਾ ਉਹ ਕਿਹੜਾ ਸੌਫਟਵੇਅਰ ਹੈ? ਤਾਂ ਉਹ ਹੈਗਾ ਜੀ ਬਰਾਊਜ਼ਰ। ਠੀਕ ਹੈ, ਬਰਾਊਜ਼ਰ ਸਿੱਧਾ ਆਨਸਰ ਹੈ ਜੀ ਇਹਦਾ, ਬਰਾਊਜ਼ਰ। ਠੀਕ ਹੈ ਜੀ, ਜਿਵੇਂ ਕ੍ਰੋਮ ਬਰਾਊਜ਼ਰ, ਮੋਜ਼ੀਲਾ ਫਾਇਰਫੌਕਸ। ਠੀਕ ਹੈ, ਤਾਂ ਯਾਦ ਰੱਖਿਓ FTP ਪੇਪਰ ਦੇ ਵਿੱਚ ਪੁੱਛ ਲੈਂਦੇ ਨੇ ਫੁੱਲ ਫਾਰਮ ਕੀ ਹੈ, ਤਾਂ ਉਹ ਹੈਗੀ ਹੈ ਜੀ ਫਾਈਲ ਟ੍ਰਾਂਸਫਰ प्रोटोकॉल। फाइल ट्रांसफर प्रोटोकॉल। एक जे पूछ लैन HTTP तो यदि फुल फॉर्म है जी हाइपर टैक्सट ट्रांसफर प्रोटोकॉल। ठीक है, ਤੁਹਾਨੂੰ ਕਈ ਜਾਣਿਆਂ ਨੂੰ ਇਹਦੇ ਵਿੱਚੋਂ ਆਉਂਦਾ ਵੀ ਹੋਊਗਾ ਵੀ ਮਤਲਬ ਫੁੱਲ ਫਾਰਮਸ, ਕਿਉਂਕਿ ਕੀ ਹੁੰਦਾ ਜੀ, ਰਿਵੀਜ਼ਨ ਜਿੰਨੀ ਤੁਸੀਂ ਜ਼ਿਆਦਾ ਕਰੋਗੇ ਨਾ, ਤੁਹਾਡੇ ਕੋਈ ਦਿਮਾਗ ਦੇ ਵਿੱਚ ਕੋਈ ਚੀਜ਼ ਦੁਬਾਰੇ ਕੰਨਾਂ ਨੂੰ ਸੁਣਨ ਨੂੰ ਮਿਲੇ ਤਾਂ ਤੁਹਾਡੀ ਕੀ ਹੈ, ਰਿਵੀਜ਼ਨ ਜ਼ਿਆਦਾ ਹੁੰਦੀ ਹੈ, ਤੁਸੀਂ ਭੁੱਲਦੇ ਨਹੀਂ। ਤਾਂ ਇਸ ਤਰ੍ਹਾਂ ਮਤਲਬ ਕੀ ਹੈ, ਰਿਲੇਟ ਕਰਕੇ ਕੀ ਹੈ, ਇਨਫੋਰਮੇਸ਼ਨ ਹੈ ਜਿਹੜੀ ਉਹ ਜ਼ਿਆਦਾ ਯਾਦ ਰਹਿੰਦੀ ਹੈ। ਠੀਕ ਹੈ, HTTP ਦੇ ਨਾਲ ਕੀ ਹੈ ਜੀ, S ਲੱਗਿਆ ਹੋਵੇ। ਠੀਕ ਹੈ, S ਵੀ ਲੱਗਿਆ ਹੁੰਦਾ ਤਾਂ ਇਹਦੀ ਫੁੱਲ ਫਾਰਮ ਪੁੱਛ ਲੈਂਦੇ ਪੇਪਰ ਦੇ ਵਿੱਚ, ਤਾਂ S ਦਾ ਕੀ ਮਤਲਬ ਹੈ। ਠੀਕ ਹੈ, ਆ ਦੇ ਕੇ ਕਹਿ ਦੂਗਾ S ਦਾ ਮਤਲਬ ਕੀ ਹੈ, ਤਾਂ ਸਿਕਿਉਰ ਹੈ ਜੀ S ਦਾ ਮਤਲਬ, ਯਾਦ ਰੱਖਿਓ ਇੰਨੀ ਕੁ ਗੱਲ। ਠੀਕ ਹੈ ਜੀ, ਇੱਕ SMTP ਹੁੰਦਾ, SMTP ਜਿਹਦੀ ਫੁੱਲ ਫਾਰਮ ਹੈਗੇ ਜੀ ਸਿੰਪਲ ਮੇਲ ट्रांसफर प्रोटोकॉल। ठीक है जी, प्रोटोकॉल याद रखियो, सिंपल मेल ट्रांसफर प्रोटोकॉल। मेल जिहड़ी आपां कहने ईमेल, तो यदि पेपर दे विच फुल फॉर्म पुछ लैणगे की हुंदी है जी, तो इलैक्ट्रॉनिक मेल, इलैक्ट्रॉनिक मेल यदि फुल फॉर्म है। ठीक है जी, फादर ऑफ ईमेल जो पुछन तो की है जी, रे टॉमिल्सन। ठीक है जी, फादर ऑफ ईमेल की है जी, रे टॉमिल्सन ਇਹਦੇ फादर ने ईमेल ਦੇ। ठीक है जी, ध्यान रखियो, वैन यू परचेज अ प्रोडक्ट ओवर अ मोबाइल फोन द ट्रांजैक्शन इज कॉल्ड। देखो जी, हुण मोबाइल फोन मतलब असी ऑनलाइन कोई चीज़ की है परचेज करते हैं, कोई भी प्रोडक्ट है, ठीक है, खरीदते हैं, तो वो ट्रांजैक्शन होंगी है जी, उन्होंने की कहने आपां, तो सिंपल की कहने जी, ई कमर्स। ई कमर्स मतलब इलैक्ट्रॉनिक कमर्स। ठीक है जी, अजकल का जिहड़ा युग है जी, वो इलैक्ट्रॉनिक का जी। ठीक है, मतलब असी ऑनलाइन की है ज़्यादा प्रैफरेंस देने हर एक चीज़ नूं। ठीक है, तो शॉपिंग भी है जी ऑनलाइन ही की करते हैं आपां जी। ठीक है, कोई भी प्रोडक्ट खरीदना है तो मोबाइल फोन के राही सीधा की है जी ऑर्डर कर दें। हुण मोबाइल फोन की इत्थे की है जी गल आई है, तो जिहड़ा मोबाइल फोन का जिहड़ा फाउंडर सीगा, ठीक है, या फादर कह सकते हैं। ठीक है, तो आपां बस आपां नूं की है जी, क्वेश्चन तो ही मतलब अपने मोबाइल फोन का जिहड़ा फादर सीगा जी, वो सीगा जी मार्टिन कूपर। पेपर दे विच बहुत पुछदे ने, तो अपने विचों भी बहुत जाणिਆਂ ਨੂੰ नहीं पता हुंदा, क्योंकि आप मोबाइल यूज़ करते हैं पर ये नहीं देखा कदे भी मोबाइल फोन का जिहड़ा फादर है, ठीक है, वो कौन है जी, तो मार्टिन कूपर। ठीक है, मोबाइल फोन तो मैंने एक चीज़ होर याद आ गई, टैलीफोन का जे पुछ ले सुनो तो इहदा तो पता ही है जी सारिਆਂ ਨੂੰ, अलेक्जेंडर ग्राहम बैल। ठीक है, मैं पुछना सी तुहानूं टैलीविजन का। ठीक है, भुल के टैलीफोन पूछा गया, चलो वधिया। टैलीविजन का जिहड़ा फादर कहने आपां वो किहनूं कहने जी, JL बैरट। सुपर इंपॉर्टेंट है जी, तिन्ने चीज़ां याद रखियो, मोबाइल फोन का मार्टिन कूपर, टैलीफोन का अलेक्जेंडर ग्राहम बैल, टैलीविजन का JL बैरट। ठीक है जी, टैलीफोन का अलेक्जेंडर ग्राहम बैल। ठीक है जी, याद रखियो। नेम्ड कलैक्शन ऑफ फील्ड्स विच रिप्रजेंट अ कंप्लीट यूनिट ऑफ इनफॉर्मेशन इज कॉल्ड, तो रिकॉर्ड कहने जी, उन्होंने आप बी ऑप्शन इसका सही आंसर है जी। ठीक है, रिकॉर्ड कहने आपां, याद तुसी रखियो। पेपर दे विच तुहानूं पुछ लैण की पुछ लैण, थोड़ा जिहा मैं तुहानूं कंप्यूटर के बारे दसदा कि फादर ऑफ कंप्यूटर कौन सी जी, चार्लस बैबेज। इन्नी गल क्लीयर है जी। कंप्यूटर लिटरेसी डे कदों मनाया जाता जी, 2 दिसंबर नूं। 2 दिसंबर नूं की है जी, कंप्यूटर लिटरेसी डे मनाया जाता है। ठीक है, पेपर च पुछ लैण फर्स्ट सुपर
ਕੰਪਿਊਟਰ ਆਫ ਇੰਡੀਆ। ਇੰਡੀਆ ਦਾ ਪੁੱਛਿਆ ਜੀ ਤਾਂ ਤੁਸੀਂ ਕੀ ਕਹਿਣਾ ਜੀ, ਪਰਮ 8000 ਨਾਲ ਲਾਉਣਾ ਨਹੀਂ ਭੁੱਲਣਾ, ਕਿਉਂਕਿ ਕਈ ਵਾਰ ਆਪਸ਼ਨ ਦੇ ਵਿੱਚ ਪਰਮ 4000 ਪਾ ਦੂ, ਪਰਮ 6000 ਪਾ ਦੂ, ਆਪਸ਼ਨ ਦੇ ਵਿੱਚ ਪਰਮ 8000 ਵੀ ਪਾਊਗਾ। ਠੀਕ ਹੈ, ਤਾਂ ਬਹੁਤ ਬੱਚੇ ਕੀ ਕਰਨਗੇ 8000 ਪਿਛਲਾ ਯਾਦ ਨਹੀਂ ਕਰਦੇ ਤਾਂ ਉਲਝੀ ਜਾਂਦੇ ਰਹਿੰਦੇ ਉੱਥੇ। ਤਾਂ ਪਰਮ 8000 ਹੈ ਜਿਹੜਾ ਫਸਟ ਸੁਪਰ ਕੰਪਿਊਟਰ ਆਫ ਇੰਡੀਆ। ਠੀਕ ਹੈ ਜੀ। ਸੁਪਰ ਕੰਪਿਊਟਰ ਕੀ ਹੁੰਦਾ ਹੈ, ਜਿਹੜਾ ਮਤਲਬ ਮਿਲੀਅਨਸ ਆਫ ਇੰਸਟਰਕਸ਼ਨਸ ਨੇ ਜਿਹੜੀਆਂ ਉਹ ਤੁਹਾਡੀਆਂ ਸੈਕਿੰਡਸ ਦੇ ਵਿੱਚ ਕੀ ਹੈ ਸੋਲਵ ਕਰ ਦਿੰਦਾ। ਠੀਕ ਹੈ, ਕੰਪਿਊਟਰ ਦੀਆਂ ਵੀ ਕੈਟੇਗਰੀਜ਼ ਹੁੰਦੀਆਂ ਨੇ, ਜਿਵੇਂ ਸੁਪਰ ਕੰਪਿਊਟਰ, ਮਿਨੀ ਕੰਪਿਊਟਰ, ਮੇਨ ਫਰੇਮ ਕੰਪਿਊਟਰ। ਠੀਕ ਹੈ, ਤਾਂ ਮੇਨ ਫਰੇਮ ਕੰਪਿਊਟਰ ਤੋਂ ਮੈਨੂੰ ਇੱਕ ਗੱਲ ਹੋਰ ਯਾਦ ਆਈ, ਦੇਖੋ ਮੇਨ ਫਰੇਮ ਕੰਪਿਊਟਰ ਤੁਹਾਨੂੰ ਸਭ ਪਤਾ ਇਹਦੇ ਬਾਰੇ, ਬਟ ਤੁਸੀਂ ਗੌਰ ਨਹੀਂ ਕੀਤੀ ਕਦੇ। ਤਾਂ ਮੇਨ ਫਰੇਮ ਕੰਪਿਊਟਰ ਕਿਹੜਾ ਹੁੰਦਾ, ਤਾਂ ਬਹੁਤੇ ਬੱਚੇ ਸੋਚਣਗੇ ਯਾਰ ਕਿਹੜਾ ਹੁੰਦਾ, ਤਾਂ ਕਿਹੜਾ ਹੁੰਦਾ ਜੀ ਉਹ, ਤੁਸੀਂ ATM ਦੇਖਿਆ ਹੋਊਗਾ, ATM ਦੇਖਿਆ ਹੋਊਗਾ। ਠੀਕ ਹੈ, ਤਾਂ ਉੱਥੇ ਜਿਹੜਾ ਕੰਪਿਊਟਰ ਹੁੰਦਾ, ਉਹ ਜਿਹੜਾ ATM ਹੁੰਦਾ ਜੀ, ਬਾਕਸ ਹੁੰਦਾ, ਉਹ ਕਿਹੜਾ ਕੰਪਿਊਟਰ ਹੁੰਦਾ ਜੀ, ਮੇਨ ਫਰੇਮ ਕੰਪਿਊਟਰ ਹੁੰਦਾ। ਠੀਕ ਹੈ, ਇਹ ਮਤਲਬ ਤੁਹਾਡੇ PC ਤੋਂ ਕੀ ਹੈ ਜ਼ਿਆਦਾ ਵਧੀਆ ਵਰਕ ਕਰਦਾ ਅਤੇ ਸੁਪਰ ਕੰਪਿਊਟਰ ਤੋਂ ਛੋਟਾ ਹੁੰਦਾ। ਠੀਕ ਹੈ, ਤਾਂ ਪੇਪਰ 'ਚ ਪੁੱਛ ਲੈਂਦੇ ਆ ਜਿਹੜਾ ATM ਵਾਲਾ ਜਿਹੜਾ ਕੰਪਿਊਟਰ ਹੈ ਉਹ ਕਿਹੜਾ ਹੁੰਦਾ ਜੀ, ਮੇਨ ਫਰੇਮ ਕੰਪਿਊਟਰ ਹੁੰਦਾ ਹੈ। ਜਿਹੜਾ ਰੇਲਵੇ ਸਟੇਸ਼ਨ 'ਤੇ ਵੀ ਲੱਗਿਆ ਹੁੰਦਾ ਜੀ, ਟਿਕਟ ਘਰ ਦੇ ਵਿੱਚ ਮਤਲਬ ਜਿਹੜਾ ਹੁੰਦਾ ਨਾ, ਉਹ ਟਿਕਟ ਲੈ ਸਕਦੇ ਹੋ ਔਨਲਾਈਨ ਤੁਸੀਂ, ਉਹ ਵੀ ਕੀ ਹੁੰਦਾ ਜੀ, ਮੇਨ ਫਰੇਮ ਕੰਪਿਊਟਰ ਹੁੰਦਾ। ਠੀਕ ਹੈ, ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਆ ਡੈਸ਼ ਅਸ ਆ ਗ੍ਰਿਡ ਵਿਦ ਲੇਬਲਡ ਕਾਲਮਸ ਐਂਡ ਰੋਜ਼, ਤਾਂ ਕਾਲਮ ਅਤੇ ਰੋ ਦਾ ਜਿਹੜਾ ਗ੍ਰਿਡ ਬਣਦਾ ਜੀ ਉਹਨੂੰ ਕੀ ਕਹਿੰਦੇ ਆਪਾਂ, ਇੱਕ ਵਰਕਸ਼ੀਟ ਕਹਿੰਦੇ ਹਾਂ। ਠੀਕ ਹੈ, ਵਰਕਸ਼ੀਟ ਕੀ ਹੁੰਦੀ ਹੈ ਜੀ, ਐਕਸਲ ਦੇ ਵਿੱਚ ਹੁੰਦੀ ਹੈ। ਆਹ ਦੇਖੋ ਜਿਵੇਂ ਛੋਟੇ ਛੋਟੇ ਕੀ ਹੁੰਦੇ ਨੇ, ਸੈੱਲ ਹੁੰਦੇ ਨੇ, ਇੱਕ ਦੂਜੇ ਨੂੰ ਕੀ ਕਰਦੇ ਨੇ ਜੀ, ਇਹ ਇੰਟਰਸੈਕਟ ਕਰਦੇ ਨੇ। ਤਾਂ ਬਸ ਮੈਂ ਸਾਰਾ ਨਹੀਂ ਬਣਾਉਂਦਾ, ਤਾਂ ਸੈੱਲ ਹੁੰਦਾ ਜੀ ਪਰਟੀਕੂਲਰ, ਇੱਕ ਕੀ ਹੁੰਦਾ ਜੀ, ਸੈੱਲ ਹੁੰਦਾ। ਤਾਂ ਹੁਣ ਇੱਥੇ ਆ ਜਾਓ ਗੱਲ ਜੀ ਤੁਸੀਂ ਰੋਜ਼ ਦੀ ਅਤੇ ਕਾਲਮ 'ਤੇ। ਕਾਲਮ ਨੂੰ ਆਪਾਂ ਰੀਪ੍ਰਜੈਂਟ ਕਰਦੇ ਹਾਂ ਜੀ ਕਾਹਦੇ ਨਾਲ, ਟੈਕਸਟ ਨਾਲ, ਮਤਲਬ A B C ਕਾਲਮ। ਠੀਕ ਹੈ, ਰੋ ਨੂੰ ਆਪਾਂ ਕਰਦੇ ਹਾਂ ਜੀ ਨੰਬਰ ਦੇ ਨਾਲ। ਠੀਕ ਹੈ, ਕਾਲਮ ਹੁੰਦਾ ਜਿਹੜਾ ਪਹਿਲਾ ਨੰਬਰ ਆਉਂਦਾ ਜੀ, ਪਹਿਲਾ ਕਾਲਮ ਹੁੰਦਾ ਜੀ, ਉਦੋਂ ਬਾਅਦ ਰੋ ਹੁੰਦਾ। ਮਤਲਬ ਜੇ ਆਪਾਂ ਕਹਿਣਾ ਹੈ ਵੀ ਚੌਥੀ ਰੋ ਅਤੇ ਪੰਜਵਾਂ ਕਾਲਮ, ਤਾਂ ਤੁਸੀਂ ਕੀ ਕਹੋਗੇ ਜੀ, ਚੌਥੀ ਰੋ ਦਾ ਕੀ ਹੋ ਗਿਆ ਜੀ, ABCD, ਅਤੇ ਪੰਜਵੀਂ ਕਾਲਮ ਦਾ ਕੀ ਹੋ ਗਿਆ ਜੀ, ਸੌਰੀ ਚੌਥੀ ਜਿਹੜੀ ਚੌਥੀ ਰੋ, ਦੇਖੋ ਮੈਂ ਲਿਖ ਕੇ ਦੱਸਦਾ, 4th ਰੋ ਪੁੱਛ ਲਏ ਤੁਸੀਂ, 4th ਰੋ ਅਤੇ ਪੰਜਵੇਂ ਕਾਲਮ ਨੂੰ ਰੀਪ੍ਰਜੈਂਟ ਕਰੋ। ਕਿਵੇਂ ਰੀਪ੍ਰਜੈਂਟ ਕਰੋਗੇ, ਤਾਂ ਕਿਵੇਂ ਕਰਾਂਗੇ ਜੀ, ਕਾਲਮ ਕੀ ਹੁੰਦਾ, ਪਹਿਲਾਂ ਆਉਂਦਾ। ਤਾਂ ਜੇ ਆਪਾਂ ਇੰਗਲਿਸ਼ ਦੇ ਨਾਲ ਇਹਨੂੰ ਰੀਪ੍ਰਜੈਂਟ ਕਰਦੇ ਹਾਂ ਤਾਂ ਪੰਜਵਾਂ ਕਾਲਮ ਕਿਹੜਾ ਬਣ ਗਿਆ ਜੀ, ABCD ਅਤੇ E ਹੋ ਗਿਆ ਜੀ ਸਾਡਾ ਪੰਜਵਾਂ ਕਾਲਮ। ਚੌਥੀ ਕੀ ਹੋ ਗਈ ਸਾਡੀ ਜੀ, ਰੋ ਹੋ ਗਈ। ਠੀਕ ਹੈ, ਤਾਂ ਇਹ ਕੀ ਹੈ ਜੀ ਸਾਡਾ, ਇਹਦਾ ਜਿਹੜਾ ਐਡਰੈਸ ਹੋਊਗਾ। ਠੀਕ ਹੈ ਜੀ। ਹੁਣ ਗੱਲ ਆਉਂਦੀ ਹੈ ਜੀ ਰੋਜ਼ ਦੀ। ਪੇਪਰ ਦੇ ਵਿੱਚ ਪੁੱਛ ਲੈਂਦੇ ਆ ਟੋਟਲ ਸਾਡੀਆਂ ਜਿਹੜੀਆਂ ਰੋਜ਼ ਨੇ ਉਹ, ਠੀਕ ਹੈ, ਕਿੰਨੀਆਂ ਹੁੰਦੀਆਂ ਨੇ ਐਕਸਲ ਦੇ ਵਿੱਚ, ਤਾਂ ਇਹ ਹੁੰਦੀਆਂ ਜੀ 10 48 576। 10 48 576 ਨੇ ਜਿਹੜੀਆਂ ਉਹ ਕੀ ਹੁੰਦੀਆਂ ਜੀ, ਰੋਜ਼ ਹੁੰਦੀਆਂ। ਜੇ ਪੇਪਰ ਦੇ ਵਿੱਚ ਪੁੱਛ ਲੈਣ ਕਾਲਮ ਕਿੰਨੇ ਹੁੰਦੇ ਆ, ਤਾਂ ਕਾਲਮ ਹੁੰਦੇ ਆ ਜੀ 16 384। ਠੀਕ ਹੈ ਜੀ। ਜਿਹੜਾ ਲਾਸਟ ਐਡਰੈਸ ਹੁੰਦਾ ਸੈੱਲ ਦਾ, ਲਾਸਟ ਐਡਰੈਸ ਆਫ ਸੈੱਲ, ਤਾਂ ਉਹ ਕੀ ਹੁੰਦਾ ਜੀ, XFD 10 48 576। ਠੀਕ ਹੈ ਜੀ, 10 48 576 ਹੈ ਜਿਹੜਾ ਹੋ ਗਿਆ ਜੀ XFD 10 48 576 ਲਾਸਟ ਸੈੱਲ ਦਾ ਐਡਰੈਸ ਹੁੰਦਾ ਹੈ। ਠੀਕ ਹੈ, ਉਹ ਪਤਾ ਕੀ ਕਰੂਗਾ, ਇੱਥੇ ਕੀ ਕਰੂਗਾ, ZZZ ਪਾ ਦੂਗਾ। ਸਾਨੂੰ ਪਤਾ ਵੀ ਲਾਸਟ ਦੇ ਵਿੱਚ ਕੀ ਹੁੰਦਾ ਜੀ, ZZZ ਹੀ ਹੋਊਗਾ। ਤਾਂ ਬਹੁਤੇ ਬੱਚੇ ਗਲਤ ਕਰੇ ਹੁੰਦੇ ਆ, ਤਾਂ ਨਹੀਂ, ਇਹਦਾ ਜਿਹੜਾ ਸਹੀ ਐਡਰੈਸ ਹੁੰਦਾ ਲਾਸਟ ਉਹ ਹੁੰਦਾ ਜੀ XFD 10 48 576। ਠੀਕ ਹੈ ਜੀ। ਆਪਸ਼ਨ ਦੇ ਵਿੱਚ ਮੈਨੂੰ ਕੀ ਹੈ ਜੀ, ਕਲਿੱਪਬੋਰਡ ਦਿਖੀ ਜਾਂਦਾ। ਠੀਕ ਹੈ, ਕਲਿੱਪਬੋਰਡ ਦਿਖਦਾ। ਕਲਿੱਪਬੋਰਡ ਦਾ ਕੀ ਕੰਮ ਹੁੰਦਾ, ਥੋੜ੍ਹੀ ਜਿਹੀ ਗੱਲ ਸੁਣੋ। ਤੁਸੀਂ ਕੋਈ ਵੀ ਕੀ ਆ ਲੈਪਟਾਪ ਜਾਂ ਤੁਹਾਡੇ ਫੋਨ ਦੇ ਵਿੱਚ ਕੀ ਕੀਤਾ, ਕੋਈ ਚੀਜ਼ ਤੁਸੀਂ ਕਾਪੀ ਕੀਤੀ, ਉਹਨੂੰ ਮੂਵ ਕਰਕੇ ਕਿਸੇ ਪਾਸੇ ਹੋਰ ਪੇਸਟ ਕਰਨਾ ਹੈ, ਇਹੀ ਹੁੰਦਾ ਜੀ। ਠੀਕ ਹੈ, ਤਾਂ ਜਦੋਂ ਦੇਖੋ ਕਾਪੀ ਹੋ ਗਈ ਤੁਹਾਡੀ ਚੀਜ਼, ਠੀਕ ਹੈ, ਕਾਪੀ ਹੋ ਗਈ, ਤਾਂ ਕਾਪੀ ਤੋਂ ਪੇਸਟ ਕਰਨ ਲਈ ਸਮਾਂ ਲੱਗਦਾ 2 ਜਾਂ 3 ਸਕਿੰਟ, ਜਾਂ ਜਿੰਨਾ ਕੁ ਵੀ ਸਮਾਂ ਲੱਗੇ। ਠੀਕ ਹੈ, ਤਾਂ ਓਨਾ ਚਿਰ ਜਿਹੜੀ ਉਹ ਫਾਈਲ ਸੇਵ ਰਹਿੰਦੀ ਆ, ਉਹ ਕਿੱਥੇ ਰਹਿੰਦੀ ਹੈ, ਜਿੰਨਾ ਚਿਰ ਉਹ ਚੀਜ਼ ਕਾਪੀ ਤੋਂ ਪੇਸਟ ਨਹੀਂ ਹੁੰਦੀ, ਤਾਂ ਉਹ ਰਹਿੰਦੀ ਹੈ ਜੀ ਕਲਿੱਪਬੋਰਡ ਦੇ ਵਿੱਚ ਸੇਵ ਰਹਿੰਦੀ ਹੈ। ਠੀਕ ਹੈ, ਤਾਂ ਜਿਹੜੀ ਇਹ ਕੁਐਸਚਨ ਬਣਾ ਸਕਦੇ ਨੇ ਵੀ ਜਿੰਨਾ ਚਿਰ ਤੁਸੀਂ ਫਾਈਲ ਕਾਪੀ ਕਰਦੇ ਹੋ, ਤਾਂ ਫਾਈਲ ਕਾਪੀ ਜਦੋਂ ਹੁੰਦੀ ਹੈ ਤਾਂ ਉਹ ਕਿੱਥੇ ਜਾ ਕੇ ਸੇਵ ਹੋ ਜਾਂਦੀ ਹੈ, ਤਾਂ ਕਲਿੱਪਬੋਰਡ ਦੇ ਵਿੱਚ ਜਾ ਕੇ ਸੇਵ ਹੋ ਜਾਂਦੀ ਹੈ। ਠੀਕ ਹੈ, ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਬਸ ਇੰਨੀ ਕੁ ਇਨਫੋਰਮੇਸ਼ਨ ਇਹਦੇ ਲਈ ਕਾਫੀ ਹੈ।
ਆਹ ਚੀਜ਼ਾਂ ਨਾ ਧਿਆਨ ਨਾਲ ਮਤਲਬ ਰਿਪੀਟ ਕਰਕੇ ਸੁਣ ਲਿਆ ਕਰੋ। 10 48 576 ਰੋਜ਼ ਨੇ ਜੀ, 16 384 ਕੀ ਨੇ ਜੀ ਕਾਲਮਸ ਨੇ। ਲਾਸਟ ਐਡਰੈਸ ਹੈ ਸੈੱਲ ਦਾ ਉਹ ਕੀ ਹੈ ਜੀ XFD 10 48 576, ਠੀਕ ਹੈ ਜੀ। ਐਨ ਐਗਜ਼ਾਮਪਲ ਆਫ ਟੈਲੀ ਕਮਿਊਨੀਕੇਸ਼ਨ ਡਿਵਾਈਸ ਇਜ਼ ਆ, ਟੈਲੀ ਕਮਿਊਨੀਕੇਸ਼ਨ ਦੀ ਡਿਵਾਈਸ ਹੈ ਜਿਹੜੀ ਉਹਦੀ ਐਗਜ਼ਾਮਪਲ ਕਿਹੜੀ ਹੈ ਜੀ, ਤਾਂ ਉਹ ਹੈਗੇ ਜੀ ਮੋਡਮ। ਸੀ ਆਪਸ਼ਨ ਇਹਦਾ ਸਹੀ ਆਨਸਰ ਹੈ ਜੀ। ਮੋਡਮ ਦੀ ਫੁੱਲ ਫਾਰਮ ਕੀ ਹੈ ਜੀ ਮੋਡੂਲੇਸ਼ਨ, ਠੀਕ ਹੈ, ਤੇ ਡੀਮੋਡੂਲੇਸ਼ਨ, ਮੋਡੂਲੇਸ਼ਨ ਡੀਮੋਡੂਲੇਸ਼ਨ ਜਾਂ ਮਾਡੂਲੇਟਰ ਡੀਮੋਡੂਲੇਟਰ, ਠੀਕ ਹੈ ਜੀ। ਹੁਣ ਆਉਣੇ ਆਪਾਂ ਗੱਲ ਕੀਬੋਰਡ ਤੇ। ਕੀਬੋਰਡ ਕੀ ਹੈ ਜੀ, ਪਹਿਲੀ ਗੱਲ ਤਾਂ ਕੀਬੋਰਡ ਹੈਗਾ ਜਿਹੜਾ ਸਾਡਾ ਉਹ ਇਨਪੁਟ ਡਿਵਾਈਸ ਹੈ। ਦੋ ਤਰ੍ਹਾਂ ਦੀਆਂ ਡਿਵਾਈਸਿਸ ਹੁੰਦੀਆਂ ਇਨਪੁਟ ਤੇ ਆਊਟਪੁੱਟ, ਕਲੀਅਰ ਹੈ ਜੀ। ਜਿਹੜਾ ਕੀਬੋਰਡ ਹੈ ਇਹਦਾ ਜਿਹੜਾ ਫਾਊਂਡਰ ਆ ਉਹ ਕੌਣ ਹੈ ਜੀ, ਤਾਂ ਉਹ ਹੈਗਾ ਜੀ ਲੈਥਮ ਸ਼ਾਲਸ, ਠੀਕ ਹੈ, ਇੰਨੀ ਗੱਲ ਕਲੀਅਰ ਹੈ ਜੀ। ਇਨਪੁਟ ਡਿਵਾਈਸ ਹੈ ਲੈਥਮ ਸ਼ਾਲਸ, ਇਹਦਾ ਕੀ ਹੈ ਜੀ ਫਾਊਂਡਰ ਆ। ਇੱਕ ਹੋਰ ਪੇਪਰ ਦੇ ਵਿੱਚ ਪੁੱਛ ਲੈਣ ਕੀਬੋਰਡ ਜਿਹੜਾ ਕਿਸ ਤਰ੍ਹਾਂ ਦਾ ਇਹਦਾ ਮੋਡ ਹੈ, ਤਾਂ ਉਹ ਹੈਗਾ ਜੀ ਸਿੰਪਲੈਕਸ। ਹੁਣ ਬਹੁਤੇ ਬੱਚੇ ਕਹਿਣਗੇ ਸਿੰਪਲੈਕਸ ਕੀ ਹੁੰਦਾ, ਤਾਂ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜੀ। ਇੱਕ ਹੁੰਦਾ ਸਿੰਪਲੈਕਸ ਮੋਡ, ਬਸ ਮੋਡ ਯਾਦ ਰੱਖਣ ਦੀ ਕੋਈ ਜ਼ਰੂਰਤ ਨਹੀਂ। ਸਿੰਪਲੈਕਸ ਹੁੰਦਾ ਜੀ, ਇੱਕ ਹਾਫ ਡੂਪਲੈਕਸ ਹੁੰਦਾ, ਸਿੰਪਲੈਕਸ, ਹਾਫ ਡੂਪਲੈਕਸ ਤੇ ਫੁੱਲ ਡੂਪਲੈਕਸ। ਇੰਨੀ ਗੱਲ ਕਲੀਅਰ ਹੈ, ਕਈ ਬੱਚਿਆਂ ਨੇ ਗ੍ਰੈਜੂਏਸ਼ਨ ਦੇ ਵਿੱਚ ਪੜ੍ਹਿਆ ਹੋਊਗਾ, ਠੀਕ ਹੈ। ਤਾਂ ਆਪਾਂ ਥਿਊਰੀ ਨਹੀਂ ਪੜ੍ਹਨੀ, ਬਸ ਆਪਾਂ ਸਿੱਧਾ ਯਾਦ ਰੱਖਣਾ ਹੈ। ਸਿੰਪਲੈਕਸ ਦਾ ਮਤਲਬ ਕੀ ਹੁੰਦਾ ਹੈ, ਜਿਹੜਾ ਕੀਬੋਰਡ ਆ ਉਹ ਆਪਣਾ ਸਿੰਪਲੈਕਸ ਦੀ ਕੈਟਾਗਰੀ ਦੇ ਵਿੱਚ ਆਉਂਦਾ। ਕਿਵੇਂ ਆਉਂਦਾ ਜੀ, ਇਹਦੇ ਵਿੱਚ ਤੁਸੀਂ ਕੀ ਕਰਨਾ, ਤੁਹਾਡੇ ਕੋਲੇ ਦੋ ਬੰਦੇ ਨੇ A ਤੇ B, ਥੋੜ੍ਹਾ ਜਿਹਾ ਸਮਝੋ A ਤੇ B, ਠੀਕ ਹੈ। A ਨੇ ਡਾਟਾ ਭੇਜਣਾ ਹੈ, ਆਪਦਾ ਸੰਦੇਸ਼ ਭੇਜਣਾ ਹੈ B ਨੂੰ, ਠੀਕ ਹੈ, ਭੇਜਤਾ, ਠੀਕ ਹੈ, ਇੱਥੋਂ ਕੀ ਹੋਇਆ ਜੀ ਡਾਟਾ ਟਰਾਂਸਫਰ ਹੋ ਗਿਆ। ਤਾਂ ਜਦੋਂ ਡਾਟਾ ਜਿਹੜਾ ਇੱਕ ਸਾਈਡ ਤੋਂ ਦੂਜੀ ਸਾਈਡ ਵੱਲ ਜਾਵੇ, ਪਰ ਦੂਜੀ ਸਾਈਡ ਵਾਲਾ ਬੰਦਾ ਜਿਹੜਾ ਉਹ ਪਹਿਲੀ ਸਾਈਡ ਵਾਲੇ ਬੰਦੇ ਨੂੰ ਨਾ ਭੇਜ ਸਕੇ, ਤਾਂ ਉਹ ਹੁੰਦਾ ਜੀ ਸਿੰਪਲੈਕਸ। ਮਤਲਬ ਡਾਟਾ ਇੱਕ ਪਾਸੇ ਟਰਾਂਸਫਰ ਹੋਵੇ, ਠੀਕ ਹੈ, ਉਹ ਹੁੰਦਾ ਸਿੰਪਲੈਕਸ। ਕੀਬੋਰਡ ਦੇ ਵਿੱਚ ਇਹੀ ਹੁੰਦਾ, ਆਪਾਂ ਇਨਪੁਟ ਦੇਈ ਜਾਂਦੇ ਹਾਂ ਪਰ ਆਪਾਂ ਨੂੰ ਕੀਬੋਰਡ 'ਤੇ ਕੋਈ ਆਊਟਪੁੱਟ ਨਹੀਂ ਮਿਲਦੀ, ਠੀਕ ਹੈ। ਕੀਬੋਰਡ 'ਤੇ ਤਾਂ ਨਹੀਂ ਕੋਈ ਆਊਟਪੁੱਟ ਮਿਲਦੀ, ਸਕਰੀਨ 'ਤੇ ਆਊਟਪੁੱਟ ਮਿਲਦੀ ਹੈ, ਠੀਕ ਹੈ। ਤਾਂ ਯਾਦ ਰੱਖਿਓ, ਪੇਪਰ 'ਚ ਪੁੱਛ ਸਕਦੇ ਆ। ਹਾਫ ਡੂਪਲੈਕਸ 'ਤੇ ਆਉਣਾ ਮੈਂ ਜੀ, ਕੋਈ A ਬੰਦਾ ਹੈ ਅਤੇ ਕੋਈ B ਬੰਦਾ ਹੈ, ਠੀਕ ਹੈ। A ਬੰਦੇ ਨੇ ਕੀ ਹੈ ਜੀ ਡਾਟਾ ਭੇਜਣਾ B ਨੂੰ, ਠੀਕ ਹੈ, ਭੇਜ ਸਕਦਾ ਹੈ, ਬਿਲਕੁਲ ਭੇਜ ਸਕਦਾ ਜੀ, ਠੀਕ ਹੈ। ਅਤੇ B ਬੰਦੇ ਨੇ ਵੀ ਡਾਟਾ ਭੇਜਣਾ A ਨੂੰ, ਉਹ ਵੀ ਭੇਜ ਸਕਦਾ, ਬਿਲਕੁਲ ਭੇਜ ਸਕਦਾ, ਪਰ ਇੱਕ ਸ਼ਰਤ ਦੇ ਰਾਹੀਂ ਭੇਜਦਾ ਹੈ ਵੀ ਮਤਲਬ ਇੱਕ ਸਮੇਂ ਦੇ ਉੱਤੇ ਇੱਕ ਬੰਦਾ ਹੀ ਕੀ ਹੈ ਡਾਟਾ ਟਰਾਂਸਫਰ ਕਰ ਸਕਦਾ ਹੈ। ਜਿੰਨਾ ਚਿਰ ਇੱਕ ਬੰਦੇ ਦਾ ਡਾਟਾ ਕੰਪਲੀਟ ਨਹੀਂ ਹੁੰਦਾ, ਠੀਕ ਹੈ, ਇਨਫੋਰਮੇਸ਼ਨ ਹੈ ਜਿਹੜੀ ਉਹ ਦੂਜੇ ਤੱਕ ਨਹੀਂ ਪਹੁੰਚਦੀ ਅਤੇ ਕੰਪਲੀਟ ਨਹੀਂ ਹੁੰਦੀ, ਠੀਕ ਹੈ, ਉਨਾ ਚਿਰ ਜਿਹੜਾ ਦੂਜਾ ਬੰਦਾ ਉਹ ਪਹਿਲੇ ਬੰਦੇ ਨੂੰ ਇਨਫੋਰਮੇਸ਼ਨ ਨਹੀਂ ਭੇਜ ਸਕਦਾ। ਮਤਲਬ ਇਹਦੀ ਜਿਹੜੀ ਬੈਸਟ ਐਗਜ਼ਾਮਪਲ ਹੈ ਜੀ ਉਹ ਕੀ ਹੈ ਜੀ ਵਾਕੀ ਟਾਕੀ, ਵਾਕੀ ਟਾਕੀ, ਠੀਕ ਹੈ। ਵਾਕੀ ਟਾਕੀ ਕੀ ਹੈ, ਉਹਦੇ ਵਿੱਚ ਤੁਸੀਂ ਦੇਖਿਓ ਜੇ ਕਿਸੇ ਨੇ ਵਾਕੀ ਟਾਕੀ ਦੇਖੀ ਹੋਵੇ ਤਾਂ ਉਹਦੇ ਵਿੱਚ ਆਪਾਂ ਇਨਫੋਰਮੇਸ਼ਨ ਹੈ ਨਾ ਜਿਹੜੀ ਪਹਿਲਾਂ ਸੁਣਨੀ ਪੈਂਦੀ ਹੈ। ਮਤਲਬ ਇੱਕ ਬੰਦੇ ਨੇ ਕੋਈ ਚੀਜ਼ ਕਹੀ, ਕੋਈ ਮੈਸੇਜ ਲਾਇਆ, ਤਾਂ ਦੂਜੇ ਬੰਦੇ ਨੂੰ ਪਹਿਲਾਂ ਉਹਦੀ ਇਨਫੋਰਮੇਸ਼ਨ ਸੁਣਨੀ ਪਊਗੀ, ਉਦੋਂ ਬਾਅਦ ਜਾ ਕੇ ਉਹ ਕੀ ਕਰ ਸਕਦਾ, ਉਹ ਬੋਲ ਸਕਦਾ, ਠੀਕ ਹੈ। ਦੂਜਾ ਬੰਦਾ ਪਹਿਲੇ ਨੂੰ ਇਨਫੋਰਮੇਸ਼ਨ ਦੇਊਗਾ, ਠੀਕ ਹੈ ਜੀ, 2 ਜਾਂ 3 ਸਕਿੰਟਾਂ ਦੇ ਬਾਅਦ। ਤਾਂ ਉਹ ਕਿਹੜੀ ਕੈਟੇਗਰੀ ਦੇ ਵਿੱਚ ਆਉਂਦਾ ਜੀ, ਹਾਫ ਡੂਪਲੈਕਸ ਦੀ ਕੈਟੇਗਰੀ ਦੇ ਵਿੱਚ ਆਉਂਦਾ, ਠੀਕ ਹੈ। ਫੁੱਲ ਡੂਪਲੈਕਸ ਕਿਹੜਾ ਹੁੰਦਾ ਜੀ, ਜਿਵੇਂ ਫੋਨ ਆਪਣੇ, ਮਤਲਬ ਇਹਦੇ ਵਿੱਚ ਇਨਫੋਰਮੇਸ਼ਨ ਕੀ ਹੈ ਇੱਕੋ ਸਮੇਂ 'ਤੇ ਦੋ ਬੰਦਿਆਂ ਨੂੰ ਭੇਜ ਸਕਦਾ, ਜਿਵੇਂ ਮੋਬਾਈਲ ਫੋਨ ਆਪਣੇ ਫੁੱਲ ਡੂਪਲੈਕਸ ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ, ਕਲੀਅਰ ਹੈ ਜੀ। ਹੁਣ ਗੱਲ ਆ ਗਈ ਮਾਊਸ ਦੀ। ਮਾਊਸ ਦੀ ਆਪਾਂ ਫਾਊਂਡਰ ਦੇਖ ਲੈਂਦੇ ਹਾਂ, ਠੀਕ ਹੈ, ਡਗਲਸ ਐਲੰਗਬਰਟ। ਕਿਉਂਕਿ ਮੈਂ ਨਾ ਹਰੇਕ ਸੈਸ਼ਨ ਦੇ ਵਿੱਚ ਕੀ ਹੈ ਜੀ ਜਿੰਨੀ ਕੁ ਇਨਫੋਰਮੇਸ਼ਨ ਹੁੰਦੀ ਹੈ ਮੈਂ ਰਿਪੀਟ ਕਰਦਾ ਹੀ ਰਹਿਣਾ, ਕਿਉਂਕਿ ਫਿਰ ਇਹਦੇ ਨਾਲ ਕੀ ਹੁੰਦਾ ਬੱਚੇ ਦਾ ਕੌਨਫੀਡੈਂਸ ਹੈ ਅਤੇ ਜਿਹੜੀ ਯਾਦ ਕਰਨ ਦੀ ਸ਼ਕਤੀ ਹੈ ਉਹ ਵੱਧਦੀ ਰਹਿੰਦੀ ਹੈ। ਕਿਉਂਕਿ ਜਿਹੜੀ ਚੀਜ਼ ਕੰਨਾਂ ਦੇ ਵਿੱਚ ਦੁਬਾਰੇ ਤੁਹਾਨੂੰ ਸੁਣਨ ਨੂੰ ਮਿਲੀ ਜਾਵੇ ਉਹ ਤੁਹਾਡੇ ਪੱਕ ਜਾਂਦੀ ਹੈ ਜੀ ਉਹ, ਠੀਕ ਹੈ। ਤਾਂ ਡਗਲਸ ਐਲੰਗਬਰਟ ਹੈ ਜਿਹੜਾ ਮਾਊਸ ਦਾ ਫਾਊਂਡਰ ਹੈ ਜਾਂ ਫਾਦਰ ਹੈ, ਠੀਕ ਹੈ। ਮਾਊਸ ਦੀ ਆਪਾਂ ਜੇ ਗੱਲ ਕਰੀਏ, ਅੱਜ ਕੱਲ੍ਹ ਜਿਹੜੇ ਮਾਊਸ ਚੱਲਦੇ ਨੇ ਉਹ ਕਿਹੜੇ ਚੱਲਦੇ ਨੇ ਜੀ ਆਪਟੀਕਲ, ਠੀਕ ਹੈ। ਆਪਟੀਕਲ ਹੁਣ ਬਹੁਤੇ ਬੱਚਿਆਂ ਨੂੰ ਪਤਾ ਤਾਂ ਹੋਊਗਾ ਵੀ ਜਿਵੇਂ ਮਾਊਸ ਹੈ ਉਹਦੇ ਥੱਲੇ ਲਾਈਟ ਜੀ ਚੱਲਦੀ ਹੁੰਦੀ ਹੈ, ਠੀਕ ਹੈ, ਲੇਜ਼ਰ ਟੈਕਨੀਕ ਵਾਲੇ ਨੇ, ਠੀਕ ਹੈ। ਤਾਂ ਉਹ ਮਾਊਸ ਨੂੰ ਕਿਹਾ ਕੀ ਜਾਂਦਾ ਹੈ, ਤਾਂ ਆਪਟੀਕਲ ਜਿਹੜੇ ਮਾਊਸ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਠੀਕ ਹੈ। ਮਾਊਸ ਦੇ 2 ਬਟਨ ਹੁੰਦੇ ਨੇ,
ਜਿਵੇਂ ਇੱਕ ਲੈਫਟ ਵਾਲਾ ਬਟਨ ਹੁੰਦਾ, ਲੈਫਟ ਕਲਿੱਕ ਕਰਦੇ ਹਾਂ ਜਿਹਨੂੰ ਆਪਾਂ, ਇੱਕ ਰਾਈਟ ਕਲਿੱਕ ਹੁੰਦਾ, ਇੱਕ ਵਿਚਾਲੇ ਕੀ ਹੁੰਦਾ ਜੀ ਰੋਟੇਟਰ ਜਿਹਾ ਹੁੰਦਾ, ਠੀਕ ਹੈ। ਤਾਂ ਧਿਆਨ ਰੱਖਿਓ ਸੁਪਰ ਇੰਪੋਰਟੈਂਟ ਜਿਹੜਾ ਮਾਊਸ ਦੇ ਨਾਲ ਰਿਲੇਟਡ ਕੁਐਸਚਨਸ ਬਣ ਜਾਂਦੇ ਨੇ। ਪ੍ਰਿੰਟਰ ਕੀ ਹੈ ਜੀ? ਪ੍ਰਿੰਟ ਕੀ ਹੈ? ਆਊਟਪੁੱਟ ਡਿਵਾਈਸ ਹੈ, ਠੀਕ ਹੈ ਜੀ। ਸਕੈਨਰ ਕੀ ਹੁੰਦਾ? ਸਕੈਨ ਕਰਦਾ ਹੈ, ਇਹ ਵੀ ਕੀ ਹੈ ਜੀ? ਇਨਪੁੱਟ ਡਿਵਾਈਸ ਹੈ। 10th ਕੁਐਸਚਨ ਤੇ ਆਉਂਦੇ ਆ। program that automatically submit your search request to several search engines simultaneously are called। ਹੁਣ ਇੱਥੇ ਕੁਐਸਚਨ ਸਮਝਣ ਦੀ ਥੋੜੀ ਜਿਹੀ ਕੀ ਹੈ ਪ੍ਰੋਬਲਮ ਹੈ। ਕੀ ਹੈ ਜੀ? ਕਹਿੰਦਾ ਜਦੋਂ ਕੋਈ ਵੀ ਤੁਸੀਂ ਹੁਣ ਕੀ ਕਰਦੇ ਹੋ, ਮੋਬਾਈਲ ਫੋਨ ਤੇ ਆਪਦਾ ਕੋਈ ਵੀ ਨਾ ਸਰਚ ਕਰਦੇ ਹੋ, ਗੂਗਲ ਤੇ ਕਰਦੇ ਹੋ, YouTube ਤੇ ਕਰਦੇ ਹੋ, ਤੁਸੀਂ ਪਾਉਣਾ ਸਮਝ ਲਓ ਵੀ ਤੁਸੀਂ ਪੰਜਾਬੀ ਕੁਐਸਚਨਸ ਪਾਉਣੇ ਨੇ, ਠੀਕ ਹੈ। ਤਾਂ ਤੁਸੀਂ ਪੰਜਾਬੀ ਟਾਈਪ ਕਰਤਾ, ਉਦੋਂ ਬਾਅਦ ਕੀ ਹੈ ਜੀ, ਉਹਦੇ ਥੱਲੇ ਨਾ ਜਦੋਂ ਦੇਖੋਗੇ ਵਾਹਵਾ ਸਾਰੀਆਂ ਆਪਸ਼ਨਸ ਖੁੱਲ੍ਹ ਜਾਂਦੀਆਂ ਨੇ, ਮਤਲਬ ਪੰਜਾਬੀ ਕੁਐਸਚਨ ਆਨਸਰਸ, ਪੰਜਾਬੀ ਕੁਐਸਚਨ ਆਨਸਰਸ ਲੇਟੈਸਟ, ਤਾਂ ਠੀਕ ਹੈ। ਉਹਨੂੰ ਕੀ ਕਹਿੰਦੇ ਨੇ? ਇਹ ਕੁਐਸਚਨ ਉਹਨੇ ਪੁੱਛਿਆ ਹੋਇਆ, ਤਾਂ ਇਹ ਜਿਹੜਾ ਤੁਹਾਨੂੰ ਸ਼ੋਅ ਕਰਕੇ ਦਿੰਦਾ ਉਹ ਪ੍ਰੋਸੈਸ ਨੂੰ ਕੀ ਕਹਿੰਦੇ ਨੇ ਜੀ? ਪ੍ਰੋਗਰਾਮ ਕੀ ਹੁੰਦਾ ਜੀ? ਉਹ ਮੈਟਾ ਸਰਚ ਇੰਜਨਸ, ਮੈਟਾ ਸਰਚ ਇੰਜਨਸ, ਠੀਕ ਹੈ ਜੀ। ਯਾਦ ਰੱਖਿਓ, ਇੰਨੀ ਗੱਲ ਧਿਆਨ ਦੇ ਵਿੱਚ ਰੱਖਿਓ। ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਥੋੜ੍ਹਾ ਜਿਹਾ ਕੰਪਿਊਟਰ ਦੇ ਨਾਲ ਰਿਲੇਟਡ ਕੀ ਪੁੱਛ ਸਕਦਾ ਤੁਹਾਨੂੰ। ਆਪਣੇ ਜਿਹੜੇ ਬਾਈਨਰੀ ਨੰਬਰਸ ਹੁੰਦੇ ਨੇ, ਆਪਾਂ ਇੱਕ ਚੈਪਟਰ ਆਊਗਾ ਕੰਪਿਊਟਰ ਦਾ ਵੀ ਬਾਈਨਰੀ ਨੰਬਰ ਨੂੰ ਔਕਟਾ ਦੇ ਵਿੱਚ ਕਨਵਰਟ ਕਰੋ, ਔਕਟਾ ਨੂੰ ਹੈਕਸਾਡੈਸੀਮਲ ਦੇ ਵਿੱਚ ਕਨਵਰਟ ਕਰੋ, ਬਾਈਨਰੀ ਟੂ ਅਦਰ ਬੇਸ ਕਨਵਰਟ ਕਰੋ, ਠੀਕ ਹੈ। ਤਾਂ ਪੇਪਰ 'ਚ ਕੀ ਪੁੱਛ ਸਕਦੇ ਨੇ? ਬਾਈਨਰੀ ਨੰਬਰ ਦਾ ਜਿਹੜਾ ਬੇਸ ਹੁੰਦਾ ਹੈ, ਠੀਕ ਹੈ, ਉਹ ਕਿੰਨਾ ਹੁੰਦਾ ਜੀ? ਤਾਂ 2 ਹੁੰਦਾ, ਠੀਕ ਹੈ ਜੀ। ਡੈਸੀਮਲ ਦਾ ਪੁੱਛ ਲਏ, ਉਹਦਾ ਹੁੰਦਾ ਜੀ 10 ਬੇਸ ਹੁੰਦਾ ਜੀ। ਔਕਟਲ ਦਾ ਪੁੱਛ ਲਏ, ਔਕਟਲ ਦਾ ਹੁੰਦਾ ਜੀ 8, ਠੀਕ ਹੈ। ਹੈਕਸਾਡੈਸੀਮਲ ਦਾ ਪੁੱਛ ਲਏ, ਹੈਕਸਾਡੈਸੀਮਲ ਦਾ ਹੁੰਦਾ ਜੀ 16, ਠੀਕ ਹੈ। ਇਹ ਧਿਆਨ ਰੱਖਿਓ, ਨਾਰਮਲ ਜਿਹਾ ਕੁਐਸਚਨ ਹੈ, ਇਹ 'ਚ ਕੋਈ ਬਾਹਲੀ ਵੱਡੀ ਗੱਲ ਨਹੀਂ। ਔਕਟਾ ਤੋਂ 8 ਯਾਦ ਰੱਖ ਸਕਦੇ ਹੋ, ਹੈਕਸਾ ਤੋਂ ਕੀ ਹੈ ਜੀ? ਹੈਕਸਾਗਨ ਕੀ ਹੁੰਦੀ ਹੈ? 6 ਵਾਲੀ ਹੁੰਦੀ ਹੈ, ਤਾਂ ਕੀ ਹੈ ਜੀ? 6 ਲੱਗਿਆ ਹੋਊਗਾ ਤਾਂ 16, ਠੀਕ ਹੈ। ਤਾਂ ਇੱਥੋਂ ਯਾਦ ਰੱਖ ਲਿਓ। ਬਾਈਨਰੀ ਤੁਹਾਨੂੰ ਪਤਾ ਹੀ ਹੈ ਜੀ 0 ਤੇ 1, ਠੀਕ ਹੈ ਜੀ। ਇੰਨੀ ਕੁ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। What kind of a protocol is used to provide internet access from mobile? ਮੋਬਾਈਲ ਦੇ ਨਾਲ ਜਿਹੜਾ ਅਸੀਂ ਇੰਟਰਨੈਟ ਐਕਸੈਸ ਕਰਦੇ ਹਾਂ, ਚਲਾਉਂਦੇ ਹਾਂ, ਤਾਂ ਉਹਨੂੰ ਜਿਹੜੇ ਪ੍ਰੋਟੋਕੋਲ ਨੂੰ ਕਹਿੰਦੇ ਨੇ, ਕੀ ਕਹਿੰਦੇ ਨੇ? ਤਾਂ ਉਹਨੂੰ ਕਹਿੰਦੇ ਨੇ ਜੀ ਵੈਪ, ਵੈਪ ਕਹਿੰਦੇ ਨੇ ਜਿਹਨੂੰ। ਵੈਪ ਦੀ ਫੁੱਲ ਫਾਰਮ ਪੁੱਛ ਸਕਦੇ ਨੇ ਤੁਹਾਨੂੰ, ਵਾਇਰਲੈਸ ਐਪਲੀਕੇਸ਼ਨ ਪ੍ਰੋਟੋਕੋਲ, ਠੀਕ ਹੈ ਜੀ। ਵਾਇਰਲੈਸ ਐਪਲੀਕੇਸ਼ਨ ਪ੍ਰੋਗਰਾਮ ਵੀ ਕਹਿੰਦੇ ਨੇ ਜਾਂ ਪ੍ਰੋਟੋਕੋਲ, ਠੀਕ ਹੈ। ਤਾਂ ਧਿਆਨ ਰੱਖਿਓ। ਹੁਣ ਦੇਖੋ ਜੀ ਕੀ ਆ TCP, TCP ਦੀ ਜੇ ਫਿਲਮ ਪੁੱਛ ਲੈਣ ਪੇਪਰ ਦੇ ਵਿੱਚ ਤਾਂ ਹੈਗੀ ਹੈ ਜੀ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ, ਠੀਕ ਹੈ। ਇੰਨੀ ਗੱਲ ਵੀ ਤੁਸੀਂ ਯਾਦ ਰੱਖਿਓ। ਇੱਕ ISDN ਹੁੰਦਾ ਹੈ, ISDN, ਇਹਦੀ ਫੁੱਲ ਫਾਰਮ ਪੇਪਰ ਦੇ ਵਿੱਚ ਬਹੁਤ ਪੁੱਛਦਾ ਹੈ। ਤਾਂ ਇਹਦੀ ਹੈਗੀ I ਦਾ ਮਤਲਬ ਹੈਗਾ ਜੀ ਇੰਟੀਗ੍ਰੇਟਡ, S ਦਾ ਮਤਲਬ ਹੈਗਾ ਸਰਵਿਸਿਜ਼, ਇੰਟੀਗ੍ਰੇਟਡ ਸਰਵਿਸਿਜ਼। D ਦਾ ਮਤਲਬ ਹੈਗਾ ਜੀ ਡਿਜੀਟਲ, N ਦਾ ਮਤਲਬ ਹੈਗਾ ਜੀ ਨੈਟਵਰਕ। ਪੇਪਰ ਦੇ ਵਿੱਚ ਫੁੱਲ ਫਾਰਮ ਦੇ ਨਾਲ ਰਿਲੇਟਡ ਕੰਪਿਊਟਰ ਦਾ ਇੱਕ ਕੁਐਸਚਨ ਪੱਕਾ ਆਉਂਦਾ ਹੀ ਆਉਂਦਾ ਹੈ, ਠੀਕ ਹੈ। HTTP ਦੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ, ਠੀਕ ਹੈ। ਬਸ ਇਸ ਤਰ੍ਹਾਂ ਹੀ ਲੈਕਚਰ ਨੂੰ ਕੀ ਹੈ ਜੀ ਸੁਣਦੇ ਰਹੋ, ਬਸ ਤੁਹਾਡੇ ਕੀ ਹੈ ਜੀ ਦਿਮਾਗ ਦੇ ਵਿੱਚ ਚੀਜ਼ਾਂ ਇਹ ਫਿੱਟ ਹੋ ਜਾਣਗੀਆਂ। ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ, ਕਈ ਵਾਰ HTTP ਦੇ ਨਾਲ S ਲੱਗਿਆ ਹੁੰਦਾ ਹੈ, ਤਾਂ ਪੇਪਰ 'ਚ ਪੁੱਛ ਲੈਂਦੇ ਆ ਵੀ HTTP ਦੀ ਫੁੱਲ ਫਾਰਮ ਤਾਂ ਹੈਗੀ ਹੈ ਜੀ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ, ਬਟ ਇਹਦੇ ਨਾਲ ਜਿਹੜਾ S ਲੱਗਿਆ ਹੋਇਆ ਇਹਦਾ ਕੀ ਮਤਲਬ ਹੈ ਜੀ? ਤਾਂ ਇਹਦਾ ਕੀ ਮਤਲਬ ਹੈਗਾ ਜੀ ਸਿਕਿਉਰ। ਯਾਦ ਰੱਖਿਓ, ਸੁਪਰ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਆਇਆ ਹੋਇਆ ਜੀ। 12th ਕੁਐਸਚਨ, ਦਾ ਡੈਸ਼ ਪ੍ਰੋਗਰਾਮ ਕੰਪਰੈਸਸ ਲਾਰਜ ਫਾਈਲਸ ਇਨਟੂ ਸਮਾਲਰ ਫਾਈਲ। ਜਿਹੜੀਆਂ ਵੱਡੀਆਂ ਫਾਈਲਾਂ ਨੂੰ ਕੀ ਆ ਛੋਟੀਆਂ ਫਾਈਲਾਂ ਦੇ ਵਿੱਚ ਕਨਵਰਟ ਕਰਦਾ, ਉਹਨੂੰ ਕੀ ਕਹਿੰਦੇ ਨੇ ਜੀ? ਤਾਂ ਉਹਨੂੰ ਕਹਿੰਦੇ ਨੇ ਵਿਨਜ਼ਿਪ, ਠੀਕ ਹੈ। ਵਿਨਜ਼ਿਪ ਕਹਿੰਦੇ ਨੇ, ਧਿਆਨ ਦੇ ਵਿੱਚ ਤੁਸੀਂ ਰੱਖਣੀ ਹੈ ਇਹ ਗੱਲ। ਮਾਈਕਰੋਸੋਫਟ ਦਾ ਜਿਹੜਾ ਫਾਊਂਡਰ ਹੈ ਜੀ ਉਹ ਹੈਗਾ ਜੀ ਬਿਲ ਗੇਟਸ ਤੇ ਪੌਲ ਐਲਨ, ਠੀਕ ਹੈ।
CEO ਕੌਣ ਹੈ ਜੀ? ਚੀਫ ਐਗਜ਼ੀਕਿਊਟਿਵ ਆਫਿਸਰ। ਮੇ ਵੀ ਹੁਣ ਸ਼ਾਇਦ ਚੇਂਜ ਨਹੀਂ ਹੋਇਆ ਹੋਣਾ ਜਿੱਥੋਂ ਤੱਕ ਮੈਨੂੰ ਪਤਾ ਹੈ, ਪਰ ਮੈਂ ਕਰੰਟ ਅਫੇਅਰ ਦੇ ਵਿੱਚ ਦੇਖਿਆ ਨਹੀਂ ਅਜੇ ਤੱਕ। ਤਾਂ ਮਾਈਕਰੋਸਾਫਟ ਦਾ ਜਿਹੜਾ CEO ਸੀਗਾ ਹੁਣ ਤੱਕ ਤਾਂ ਸੀਗਾ ਜੀ ਸਤਿਆ ਨਡੇਲਾ। ਠੀਕ ਹੈ, ਇਹ ਵੀ ਤੁਸੀਂ ਗੱਲ ਧਿਆਨ ਦੇ ਵਿੱਚ ਰੱਖਣੀ ਹੈ। ਸਤਿਆ ਨਡੇਲਾ ਕੀ ਹੈ ਜੀ? CEO ਹੈਗਾ ਮਾਈਕਰੋਸਾਫਟ ਦਾ। ਠੀਕ ਹੈ, ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਿਓ। ਇੱਕ ਤੁਸੀਂ ਥੋੜ੍ਹੀ ਜਿਹੀ ਗੱਲ ਹੋਰ ਯਾਦ ਰੱਖੋ, IC ਚਿਪਸ। ਬਹੁਤ ਬੱਚਿਆਂ ਨੂੰ ਪਤਾ ਹੋਊਗਾ 3rd ਜਨਰੇਸ਼ਨ ਦੇ ਵਿੱਚ ਜਿਹੜੀਆਂ IC ਚਿਪਸ ਨੇ ਉਹ ਯੂਜ਼ ਹੋਈਆਂ ਸੀ, ਤਾਂ ਉਹਨਾਂ ਦਾ ਜਿਹੜਾ ਫਾਦਰ ਸੀਗਾ ਉਹ ਸੀਗਾ ਜੀ JS ਕਿਲਬੀ। ਠੀਕ ਹੈ, JS ਕਿਲਬੀ। IC ਚਿਪਸ ਆਰ ਕੋਟਡ ਵਿਦ, ਪੇਪਰ 'ਚ ਪੁੱਛ ਲੈਣ ਤਾਂ ਸਿਲੀਕॉन। ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ, ਇਹ ਆਉਂਦਾ ਹੀ ਹੈ ਪੇਪਰ ਦੇ ਵਿੱਚ। ਠੀਕ ਹੈ, ਤਾਂ ਧਿਆਨ ਤੁਸੀਂ ਰੱਖਣਾ ਹੈ। ਠੀਕ ਹੈ, ਹੋਰ ਮੈਂ ਇਹਦੇ ਬਾਰੇ ਦੱਸ ਸਕਦਾ ਤੁਹਾਨੂੰ, ਸਿਲੀਕॉन ਸਿਟੀ ਪੁੱਛ ਲੈਣ ਪੇਪਰ ਦੇ ਵਿੱਚ, ਇੰਡੀਆ ਦੀ ਕਿਹੜੀ ਹੈ ਜੀ? ਬੈਂਗਲੌਰ। ਠੀਕ ਹੈ, ਜਾਂ IT ਸਿਟੀ ਕਹਿੰਦੇ ਨੇ, IT ਦਾ ਬਹੁਤ ਜ਼ਿਆਦਾ ਕੰਮ ਹੈ ਜੀ ਬੈਂਗਲੌਰ ਦੇ ਵਿੱਚ। ਤਾਂ ਸਿਲੀਕॉन ਸਿਟੀ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਬੈਂਗਲੌਰ ਹੈ ਜੀ। ਠੀਕ ਹੈ, ਧਿਆਨ ਰੱਖਿਓ। ਅਤੇ ਜੇ ਵਰਲਡ ਲੈਵਲ 'ਤੇ ਪੁੱਛ ਲੈਣ ਤਾਂ ਉਹ ਹੈਗੇ ਜੀ ਕੈਲੀਫੋਰਨੀਆ। ਠੀਕ ਹੈ, ਕੈਲੀਫੋਰਨੀਆ। The dash folder retains copies of messages that you have started but are not yet ready to send। ਦੇਖੋ ਜੀ, ਸਿੰਪਲ ਕੁਐਸਚਨ ਆ। ਤੁਸੀਂ ਨਾ ਆਪਣੇ ਫੋਨ ਦੇ ਮੈਸੇਜ ਬਾਕਸ ਵਿੱਚ ਦੇਖੋ, ਜਾਂ ਤੁਸੀਂ ਜਦੋਂ ਵੀ ਕਿਸੇ ਨੂੰ ਮੇਲ ਸੈਂਡ ਕਰਨੀ ਹੈ Gmail ਦੇ ਵਿੱਚ, ਤੁਸੀਂ ਉਹ ਮੇਲ ਹੈ ਨਾ ਜਿਹੜੀ ਉਹ ਲਿਖ ਲਈ। ਠੀਕ ਹੈ, ਅਤੇ ਉਦੋਂ ਬਾਅਦ ਤੁਹਾਨੂੰ ਕੀ ਕੀਤਾ, ਤੁਸੀਂ ਉਹਨੂੰ ਮੇਲ ਨੂੰ ਭੇਜਿਆ ਨਹੀਂ ਹੈਗਾ, ਪਰ ਤੁਸੀਂ ਲਿਖ ਰੱਖੀ ਹੈ। ਤਾਂ ਉਹ ਜਿਹੜਾ ਉਹਦਾ ਫੋਲਡਰ ਬਣੂਗਾ ਉਹ ਕੀ ਨਾਮ 'ਤੇ ਬਣੂਗਾ? ਤਾਂ ਉਹ ਬਣ ਜਾਂਦਾ ਜੀ ਤੁਹਾਡਾ ਡਰਾਫਟ ਦੇ ਨਾਂ 'ਤੇ। ਠੀਕ ਹੈ, ਡਰਾਫਟ ਬਣ ਜਾਂਦਾ। ਤਾਂ ਆਟੋਮੈਟਿਕਲੀ ਉਹ ਕੀ ਕਰਦਾ ਜੀ, ਤੁਸੀਂ ਉਦੋਂ ਬਾਅਦ ਉਹਨੂੰ ਕੀ ਹੈ ਫਿਰ ਦੇਖੋ, ਕਿਤੇ ਤਾਂ ਕੋਈ ਚੀਜ਼ ਤੁਸੀਂ ਦੁਬਾਰੇ ਲਿਖਣੀ, ਕਿੱਥੇ ਕੀ ਹੈ ਜੀ ਉਹ ਡਰਾਫਟ ਦੇ ਵਿੱਚ ਕੀ ਹੈ ਉਹ ਕਾਪੀ ਹੋ ਜਾਂਦੀ ਹੈ। ਅਤੇ ਮਤਲਬ ਜਦੋਂ ਤੁਸੀਂ ਸੈਂਡ ਕਰਨੀ ਹੈ ਤਾਂ ਉਦੋਂ ਕੀ ਹੈ ਜੀ ਉਹ ਸੈਂਡ ਕਰ ਸਕਦੇ ਹੋ। ਤਾਂ ਇਹ ਜਿਹੜੀ ਆਪਸ਼ਨ ਆਊਗੀ ਇਹਦੀ C ਆਪਸ਼ਨ ਡਰਾਫਟ ਆਊਗੀ। ਮੈਸੇਜ ਦੇ ਵਿੱਚ ਵੀ ਹੁੰਦਾ ਮੇ ਵੀ ਕਈ ਫੋਨਾਂ ਦੇ ਵਿੱਚ, ਤਾਂ ਡਰਾਫਟ ਬਣ ਜਾਂਦਾ ਤੁਹਾਡਾ। ਠੀਕ ਹੈ, ਯਾਦ ਰੱਖਿਓ ਇੰਨੀ ਕੁ ਗੱਲ ਧਿਆਨ ਦੇ ਵਿੱਚ। ਜਿਹੜਾ ਤੁਹਾਡੀ ਮੇਲ ਹੈ, ਜਿਹੜੀ Gmail ਹੈ, ਉੱਥੇ ਜਦੋਂ ਵੀ ਤੁਸੀਂ ਕੋਈ ਮੇਲ ਸੈਂਡ ਕਰਨੀ ਹੈ ਤਾਂ ਜਿਹੜਾ ਬੰਦਾ ਸੈਂਡ ਕਰੂਗਾ, ਮਤਲਬ ਮੈਂ ਕਿਸੇ ਨੂੰ ਮੇਲ ਭੇਜਣੀ ਆ ਤਾਂ ਮੇਰੀ ਜਿਹੜੀ ID ਆਊਗੀ ਉਹ ਆਟੋਮੈਟਿਕਲੀ ਇੱਥੇ ਹੋਊਗੀ, ਮਤਲਬ ਫਰੋਮ ਆਊਗਾ ਉੱਥੇ। ਠੀਕ ਹੈ, ਮਤਲਬ ਮੇਰੇ ਵੱਲੋਂ ਭੇਜੀ ਜਾ ਰਹੀ ਹੈ, ਜਿਹਨੂੰ ਸੈਂਡ ਕਰਨੀ ਹੈ। ਠੀਕ ਹੈ, ਉਹਦੇ 'ਤੇ ਕੀ ਆਊਗਾ ਜੀ? ਟੂ ਆਊਗਾ। ਇੰਨੀ ਕੁ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ। ਤਾਂ ਇਹ ਵੀ ਗੱਲ ਦਾ ਤੁਸੀਂ ਕੀ ਕਰਨਾ ਜੀ, ਧਿਆਨ ਦੇ ਵਿੱਚ ਰੱਖਣੀ ਹੈ। ਮੇਲ ਦੇ ਵਿੱਚ ਕੀ ਹੈ ਜੀ, ਕੋਈ ਵੀ ਕੀ ਹੈ ਤੁਸੀਂ ਸਪੇਸ ਨਹੀਂ ਛੱਡ ਸਕਦੇ। ਜਦੋਂ ਵੀ ਤੁਸੀਂ ਕੋਈ ਵੀ ਹੈ ਮਤਲਬ ਮੇਲ ਹੈ ਤੁਹਾਡੀ, ਉਹਦੇ ਵਿੱਚ ਸਪੇਸ ਨਹੀਂ ਹੋਊਗੀ। ਠੀਕ ਹੈ, ਇਹ ਵੀ ਕੁਐਸਚਨ ਬਹੁਤ ਵਾਰ ਪੁੱਛਿਆ ਹੋਇਆ। ਫਾਦਰ ਆਫ ਈਮੇਲ ਕਿਹਨੂੰ ਕਿਹਾ ਜਾਂਦਾ ਜੀ? ਰੇ ਟੋਮਿਲਸਨ। ਇਹ ਵੀ ਮੈਂ ਤੁਹਾਨੂੰ ਕੀ ਹੈ ਜੀ ਦੱਸ ਚੁੱਕਿਆ ਕਿੰਨੇ ਵਾਰ। ਰੇ ਟੋਮਿਲਸਨ ਕੀ ਹੈ ਜੀ? ਫਾਦਰ ਆਫ ਈਮੇਲ, ਇਲੈਕਟ੍ਰੋਨਿਕ ਮੇਲ। ਠੀਕ ਹੈ ਜੀ, ਇੱਕ ਤੁਹਾਡੀ ਐਕਸਟੈਂਸ਼ਨ ਹੁੰਦੀ ਹੈ .exe। .exe ਇਹਦੀ ਫੁੱਲ ਫਾਰਮ ਪੇਪਰ ਦੇ ਵਿੱਚ ਬਹੁਤ ਪੁੱਛਦਾ ਹੈ, ਐਗਜ਼ੀਕਿਊਟਿਵ ਫਾਈਲ। ਐਗਜ਼ੀਕਿਊਟਿਵ ਫਾਈਲ, ਇਹ ਵੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। 14th ਕੁਐਸਚਨ, ਵਿਚ ਇਜ਼ ਨਾਟ ਐਨ ਇੰਟਰਨੈਟ ਪ੍ਰੋਟੋਕੋਲ। ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਇੰਟਰਨੈਟ ਪ੍ਰੋਟੋਕੋਲ ਨਹੀਂ ਹੈਗਾ? ਤਾਂ ਉਹ C ਆਪਸ਼ਨ STP ਇੰਟਰਨੈਟ ਪ੍ਰੋਟੋਕੋਲ ਨਹੀਂ ਹੈਗਾ। HTTP ਦੀ ਫੁੱਲ ਫਾਰਮ ਕੀ ਹੈ ਜੀ? ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਠੀਕ ਹੈ, FTP ਦੀ ਕੀ ਹੈ ਜੀ? ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਠੀਕ ਹੈ, ਯਾਦ ਰੱਖਿਓ, ਇੰਪੋਰਟੈਂਟ ਹੈ। ਵਟ ਕਾइंड ऑफ ਸਰਵਰ ਕਨਵਰਟਸ IP ਐਡਰੈਸਸ ਟੂ ਡੋਮੇਨ ਨੇਮ? ਤਾਂ @। ਠੀਕ ਹੈ, ਯਾਦ ਰੱਖਿਓ @। ਧਿਆਨ ਦੇ ਵਿੱਚ ਤੁਸੀਂ ਇਹ ਗੱਲ ਰੱਖਣੀ ਹੈ। ਠੀਕ ਹੈ ਜੀ। 16th ਕੁਐਸਚਨ, ਡੈਸ਼ ਡਿਵਾਈਸਸ ਯੂਜ਼ ਟੂ ਟਰਾਂਸਮਿਟ ਡਾਟਾ ਓਵਰ ਟੈਲੀ ਕਮਿਊਨੀਕੇਸ਼ਨ ਲਾਈਨਸ? ਤਾਂ C ਆਪਸ਼ਨ ਇਹਦਾ ਕੀ ਹੈ ਜੀ? ਸਹੀ ਆਨਸਰ ਹੈ ਮੋਡਮ ਮੋਡੂਲੇਸ਼ਨ, ਡੀਮੋਡੂਲੇਸ਼ਨ। ਠੀਕ ਹੈ ਜੀ, ਧਿਆਨ ਦੇ ਵਿੱਚ ਤੁਸੀਂ ਰੱਖਣੀ ਇੰਨੀ ਕੁ ਗੱਲ। ਅਤੇ ਤੁਹਾਨੂੰ ਮੈਂ ਇੱਕ ਹੋਰ ਦੱਸ ਦਿੰਦਾ ਥੋੜ੍ਹਾ ਜਿਹਾ ਕੰਪਿਊਟਰ ਦੇ ਨਾਲ ਰਿਲੇਟਡ। ਇੱਕ ਚੈਪਟਰ ਪੜ੍ਹਦੇ ਹੁੰਦੇ ਸੀ ਅਸੀਂ ਟਪੋਲੋਜੀ ਦਾ, ਟਪੋਲੋਜੀ। ਠੀਕ ਹੈ, ਕਿਉਂਕਿ ਜਿੰਨਾ ਕੁ ਚਿਰ ਤੁਸੀਂ ਕੀ ਹੈ ਥੋੜ੍ਹੇ ਜਿਹੇ ਇੱਕ ਕੁਐਸਚਨ ਦੇ ਨਾਲ ਮਤਲਬ 2-3 ਕੁਐਸਚਨ ਜੇ ਪ੍ਰਿਪੇਅਰ ਹੋ ਜਾਣ ਤਾਂ ਉਹ ਜ਼ਿਆਦਾ ਬੈਟਰ ਰਹਿੰਦਾ। ਟਪੋਲੋਜੀ ਜਿਹੜੀ ਹੁੰਦੀ ਹੈ ਨਾ, ਤਾਂ ਪੇਪਰ 'ਚ ਪੁੱਛ ਲੈਂਦੇ ਨੇ ਕਿਹੜੀ ਇਹਨਾਂ ਵਿੱਚੋਂ ਟਪੋਲੋਜੀ ਹੈਗੀ ਹੈ, ਕਿਹੜੀ ਨਹੀਂ ਹੈਗੀ? ਤਾਂ ਬੱਸ ਟਪੋਲੋਜੀ। ਠੀਕ ਹੈ, ਸਟਾਰ ਟਪੋਲੋਜੀ। ਠੀਕ ਹੈ ਜੀ, ਮੈਸ਼ ਟਪੋਲੋਜੀ, ਬੱਸ, ਸਟਾਰ, ਮੈਸ਼, ਅਤੇ ਤੁਹਾਡੀ ਰਿੰਗ ਟਪੋਲੋਜੀ। ਠੀਕ ਹੈ, ਤਾਂ ਇਹ ਕੀ ਹੈ ਜੀ?
ਟਪੋਲੋਜੀਜ਼ ਨੇ, ਠੀਕ ਹੈ, ਤਾਂ ਪੇਪਰ ਦੇ ਵਿੱਚ ਪੁੱਛ ਲੈਂਦੇ ਇਹਨਾਂ ਵਿੱਚੋਂ ਕਿਹੜੀ ਹੈ ਜਿਹੜੀ ਟਪੋਲੋਜੀ ਨਹੀਂ ਹੈਗੀ, ਠੀਕ ਹੈ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਵਟ ਇਜ਼ ਦਾ ਫਾਈਲ ਐਕਸਟੈਂਸ਼ਨ ਆਫ MS PowerPoint, ਠੀਕ ਹੈ, ਜਦੋਂ ਵੀ ਤੁਹਾਡੀ MS PowerPoint ਦੀ ਜਿਹੜੀ ਫਾਈਲ ਹੈ ਉਹਦਾ ਐਕਸਟੈਂਸ਼ਨ ਕੀ ਹੋਊਗਾ, ਮਤਲਬ ਤੁਸੀਂ ਸੇਵ ਕਰਦੇ ਹੋ ਤਾਂ ਉਹਦਾ ਐਕਸਟੈਂਸ਼ਨ ਕਿਹੜੇ ਨਾਮ ਤੇ ਹੋਊਗਾ, ਤਾਂ ਹੋਊਗਾ ਜੀ .ppt, ਠੀਕ ਹੈ, ਯਾਦ ਰੱਖਿਓ। ਹੁਣ ਥੋੜ੍ਹਾ ਜਿਹਾ ਮੈਂ ਤੁਹਾਨੂੰ ਐਕਸਲ ਦਾ ਦੱਸ ਦੇਣਾ। ਦੇਖੋ ਜੀ, ਐਕਸਲ ਦੀ ਗੱਲ ਕਰਦੇ ਹਾਂ ਆਪਾਂ। ਇੱਕ ਐਕਸਲ ਆਉਂਦਾ ਸੀ 2003, ਇੱਕ ਆਉਂਦਾ ਸੀ 2007। ਆਪਾਂ ਹਜੇ 2007 ਤੱਕ ਹੀ ਗੱਲ ਕਰਾਂਗੇ, ਵੈਸੇ 2016 ਵੀ ਅੱਜ ਕੱਲ੍ਹ ਜਿਹੜਾ ਚੱਲ ਰਿਹਾ, ਠੀਕ ਹੈ, 2016 ਦਾ ਮੈਂ ਤੁਹਾਨੂੰ ਕਨਫਰਮ ਕਰਕੇ ਦੱਸੂਗਾ। ਦੇਖੋ, ਪਹਿਲਾਂ ਆਪਾਂ 2003 ਦੀ ਗੱਲ ਕਰਦੇ ਹਾਂ। ਐਕਸਲ ਦੇ ਪੇਪਰ 'ਚ ਪੁੱਛ ਲੈਣ, ਐਕਸਲ ਦੀ ਜਿਹੜੀ ਐਕਸਟੈਂਸ਼ਨ ਹੈ 2003 ਦਾ ਜਿਹੜਾ ਐਕਸਲ ਸੀਗਾ, ਠੀਕ ਹੈ, ਤਾਂ ਉਹਦੀ ਐਕਸਟੈਂਸ਼ਨ ਕੀ ਹੈ ਜੀ, ਉਹ ਹੈਗੇ .xls, ਕਲੀਅਰ ਹੈ ਜੀ, .xls 2003 ਦੇ ਜਿਹੜੇ ਐਕਸਲ ਦੀ ਐਕਸਟੈਂਸ਼ਨ ਹੈ, ਠੀਕ ਹੈ। ਜੇ ਪੇਪਰ 'ਚ ਪੁੱਛ ਲੈਣ 2007 ਦੀ ਕੀ ਹੈ ਜੀ, ਤਾਂ .xls, ਪਹਿਲੀਆਂ ਤਿੰਨ ਤਾਂ ਜਿਹੜੀਆਂ ਟੈਕਸਟ ਨੇ ਉਹ ਸੇਮ ਨੇ, ਚੌਥਾ ਇਹਦੇ ਨਾਲ ਲੱਗ ਜੂਗਾ ਫਿਰ x, ਠੀਕ ਹੈ। .xlsx ਹੈ ਜਿਹੜਾ ਉਹ 2007 ਦੀ ਐਕਸਟੈਂਸ਼ਨ ਹੈ। 2016 ਦੀ ਮੈਂ ਪੜ੍ਹੀ ਹੋਈ ਸੀ .xlsm, ਠੀਕ ਹੈ, ਮੈਂ ਕਨਫਰਮ ਨਹੀਂ ਹੈਗਾ, ਵੈਸੇ ਮੈਂ ਤੁਹਾਨੂੰ ਦੱਸਦੀ 99.9% ਮੈਨੂੰ ਇਹਦੇ ਬਾਰੇ ਪਤਾ ਹੈ .xlsm, ਠੀਕ ਹੈ ਜੀ, M ਲੱਗਿਆ ਹੋਇਆ 2016 ਵਾਲੀ 'ਚ, ਠੀਕ ਹੈ। ਅਤੇ PPT PowerPoint ਦੀ ਹੈ, ਠੀਕ ਹੈ ਜੀ, ਇੰਨੀ ਗੱਲ ਤੁਸੀਂ ਕੀ ਹੈ ਜੀ ਯਾਦ ਰੱਖਣੀ ਹੈ। ਜੇ ਵਰਡ ਦੀ ਪੁੱਛੇ, ਮਾਈਕਰੋਸੋਫਟ ਵਰਡ ਦੀ 2003 ਦੀ, ਤਾਂ ਉਹ ਹੈਗੇ ਜੀ ਡੌਕ, ਠੀਕ ਹੈ। 2007 ਦੀ ਪੁੱਛੇ ਤਾਂ ਡੌਕਸ, ਉਹਦੇ ਨਾਲ ਵੀ ਕੀ ਹੈ ਜੀ ਐਕਸ ਲੱਗ ਜਾਂਦਾ। ਕਲੀਅਰ ਹੈ ਜੀ ਗੱਲ, ਤਾਂ ਇਹ ਗੱਲਾਂ ਤੁਸੀਂ ਕੀ ਹੈ ਜੀ ਯਾਦ ਰੱਖਣੀਆਂ, ਠੀਕ ਹੈ। ਐਕਸਲ ਦੇ ਵਿੱਚ ਕੀ ਹੈ ਜੀ, ਜਿਹੜੀਆਂ ਬਾਈ ਡਿਫਾਲਟ ਵਰਕਸ਼ੀਟਸ ਹੁੰਦੀਆਂ ਨੇ ਉਹ ਕਿੰਨੀਆਂ ਹੁੰਦੀਆਂ ਨੇ, 3 ਹੁੰਦੀਆਂ ਨੇ, ਠੀਕ ਹੈ। ਬਹੁਤ ਬੱਚਿਆਂ ਨੂੰ ਪਤਾ ਹੋਊਗਾ ਐਕਸਲ ਦਾ ਜਿਹੜਾ ਮਤਲਬ ਸ਼ੀਟ ਹੁੰਦੀ ਹੈ, ਇੱਕ ਵਰਕਸ਼ੀਟ ਕਹਿੰਦੇ ਜਿਹਨੂੰ ਆਪਾਂ, ਠੀਕ ਹੈ। ਤਾਂ ਇਹ ਬਾਕਸਸ ਜਿਹੜੇ ਬਣ ਕੇ ਹੁੰਦੇ ਨਾ, ਉਦੋਂ ਥੱਲੇ ਤੁਸੀਂ ਦੇਖਿਓ ਇੱਥੇ 3 ਹੁੰਦੀਆਂ ਨੇ, ਇੱਕ ਸ਼ੀਟ 1, ਸ਼ੀਟ 2, ਸ਼ੀਟ 3। ਹੋਇਆ ਤਾਂ ਮੈਂ ਕੀ ਹੈ ਜੀ ਸਕਰੀਨਸ਼ਾਟ ਨੇ ਜਿਹੜੇ ਉਹ ਲਾ ਦਿੰਦਾ ਵੀਡੀਓ 'ਤੇ, ਪਰ ਸਮੇਂ ਦੀ ਥੋੜ੍ਹੀ ਜਿਹੀ ਘਾਟ ਕਾਰਨ ਨਹੀਂ ਹੋ ਸਕਿਆ, ਤਾਂ ਤੁਸੀਂ ਆਪਦੇ ਪ੍ਰੈਕਟੀਕਲ ਕਰਕੇ ਦੇਖ ਲਿਓ, ਠੀਕ ਹੈ ਜੀ। .exe ਦੀ ਮੈਂ ਤੁਹਾਨੂੰ ਪਹਿਲਾਂ ਵੀ ਫੁੱਲ ਫਾਰਮ ਦੱਸ ਚੁੱਕੇ ਹਾਂ, ਪੇਪਰ ਦੇ ਵਿੱਚ ਪੁੱਛ ਲੈਂਦੇ ਨੇ, ਐਗਜ਼ੀਕਿਊਟਿਵ ਫਾਈਲ, ਠੀਕ ਹੈ ਜੀ, ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਦਾ ਇਨਫੋਰਮੇਸ਼ਨ ਸਟੋਰਡ ਇਨ ਦਾ ਕੈਟਾਲੌਗ ਇਜ਼ ਕਾਲਡ ਮੈਟਾ ਡਾਟਾ, ਮੈਟਾ ਡਾਟਾ ਤੁਸੀਂ ਯਾਦ ਰੱਖਣਾ ਹੈ, ਇਹ ਆਪਸ਼ਨ ਇਹਦਾ ਸਹੀ ਆਨਸਰ ਹੈ ਜੀ, ਠੀਕ ਹੈ। ਕੰਪਿਊਟਰ ਲਿਟਰੇਸੀ ਡੇ ਇਜ਼ ਸੈਲੀਬ੍ਰੇਟਡ, ਜਿਹੜਾ ਕੰਪਿਊਟਰ ਲਿਟਰੇਸੀ ਡੇ ਹੈ ਜੀ ਉਹ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ, 2 ਦਸੰਬਰ, ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਫਾਦਰ ਆਫ ਕੰਪਿਊਟਰ ਕਿਹਨੂੰ ਕਿਹਾ ਜਾਂਦਾ ਜੀ, ਚਾਰਲਸ ਬੈਬੇਜ, ਠੀਕ ਹੈ ਜੀ, ਚਾਰਲਸ ਬੈਬੇਜ ਨੂੰ ਕਿਹਾ ਜਾਂਦਾ ਜੀ। ਜੇ ਆਪਾਂ ਗੱਲ ਕਰੀਏ ਬ੍ਰੇਨ ਆਫ ਕੰਪਿਊਟਰ, ਪੇਪਰ 'ਚ ਕਈ ਵਾਰ ਪੁੱਛ ਲੈਂਦੇ ਆ, ਬ੍ਰੇਨ ਆਫ ਕੰਪਿਊਟਰ ਕਿਹਨੂੰ ਕਿਹਾ ਜਾਂਦਾ ਜੀ, CPU ਨੂੰ। CPU ਦੀ ਫੁੱਲ ਫਾਰਮ ਤੁਹਾਨੂੰ ਪਤਾ ਹੀ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ। ALU ਦੀ ਪੇਪਰ 'ਚ ਪੁੱਛ ਲੈਣ ਤਾਂ ਅਰਿਥਮੈਟਿਕ ਲੌਜਿਕ ਯੂਨਿਟ, ਠੀਕ ਹੈ, ਇਹ ਯਾਦ ਤੁਸੀਂ ਰੱਖਣੀ ਹੈ ਗੱਲ। ਅਤੇ ਬਸ ਇੰਨੀ ਕੁ ਇਨਫੋਰਮੇਸ਼ਨ ਕਾਫੀ ਇਹਦੇ ਲਈ। 5 ਸਤੰਬਰ ਦੇਖੋ ਇਹਦੇ ਵਿੱਚ ਦਿੱਤਾ ਹੋਇਆ, 5 ਦਸੰਬਰ ਨੂੰ ਕੀ ਹੁੰਦਾ ਜੀ, 5 ਸਤੰਬਰ ਨੂੰ, ਠੀਕ ਹੈ, 5 ਸਤੰਬਰ ਨੂੰ ਹੁੰਦਾ ਜੀ ਤੁਹਾਡਾ ਨੈਸ਼ਨਲ ਟੀਚਰ ਡੇ, ਕਿਉਂਕਿ ਦੱਸਣਾ ਲਾਜ਼ਮੀ ਹੈ, ਸੈਸ਼ਨ ਕੰਪਿਊਟਰ ਦਾ ਹੈ, ਤਾਂ ਇਹ ਵੀ ਤੁਹਾਡਾ GK ਦੇ ਨਾਲ ਕਵਰ ਹੋ ਜਾਊਗਾ। 5 ਸਤੰਬਰ ਨੂੰ ਕੀ ਹੁੰਦਾ ਜੀ, ਨੈਸ਼ਨਲ ਟੀਚਰ ਡੇ। ਬਟ ਜਦੋਂ ਗੱਲ ਕਰੂਗਾ 5 ਅਕਤੂਬਰ ਦੀ, ਉਦੋਂ ਹੁੰਦਾ ਜੀ ਵਰਲਡ ਟੀਚਰ ਡੇ, ਠੀਕ ਹੈ। ਜ਼ਿਆਦਾ ਨਹੀਂ ਆਪਾਂ ਇਹਦੇ ਬਾਰੇ ਖੋਲ੍ਹਦੇ ਹੈਗੇ, ਠੀਕ ਹੈ। ਤਾਂ ਬਹੁਤ ਡੇਜ਼ ਨੇ ਜਿਹੜੇ ਮੈਂ ਦੱਸ ਸਕਦਾ ਤੁਹਾਨੂੰ ਇੱਥੇ, ਤਾਂ ਕੀ ਹੈ ਕੰਪਿਊਟਰ ਦੇ ਸੈਸ਼ਨ ਦੇ ਵਿੱਚ GK ਥੋੜ੍ਹਾ ਜਿਹਾ ਆਪਾਂ ਕੀ ਆ ਵਾਈਡ ਚਲੇ ਜਾਵਾਂਗੇ। 20th ਵਿਚ ਆਫ ਦਾ ਫੋਲੋਇੰਗ ਕੈਨ ਓਨਲੀ ਹੈਵ ਸੀਕੁਐਂਸ਼ੀਅਲ ਐਕਸੈਸ, ਸੀਕੁਐਂਸ਼ੀਅਲ ਐਕਸੈਸ ਹੈ ਜਿਹੜੀ ਉਹ ਕਿਹੜੀ ਚੀਜ਼ ਹੁੰਦੀ ਹੈ ਜੀ, ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਉਹ ਸੀਕੁਐਂਸ਼ੀਅਲ ਐਕਸੈਸ ਹੈ, ਤਾਂ ਟੇਪ, ਠੀਕ ਹੈ ਜੀ, ਟੇਪ ਹੈ ਜਿਹੜੀ ਉਹ ਸੀਕੁਐਂਸ਼ੀਅਲ ਐਕਸੈਸ ਹੈ। ਦੇਖੋ ਜੀ ਥੋੜ੍ਹੀ ਜਿਹੀ ਗੱਲ ਇੱਥੇ ਧਿਆਨ ਨਾਲ ਸੁਣ ਲਓ, ਇੱਕ ਹੁੰਦਾ ਜੀ ਡਾਇਰੈਕਟ ਐਕਸੈਸ, ਇੱਕ ਹੁੰਦਾ ਜੀ ਤੁਹਾਡਾ ਸੀਕੁਐਂਸ਼ੀਅਲ ਐਕਸੈਸ, ਠੀਕ ਹੈ, ਆਹ ਵਾਲਾ ਹੀ, ਠੀਕ ਹੈ। ਇੱਕ ਹੁੰਦਾ ਡਾਇਰੈਕਟ ਐਕਸੈਸ, ਇੱਕ ਹੁੰਦਾ ਜੀ ਸੀਕੁਐਂਸ਼ੀਅਲ ਐਕਸੈਸ। ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਹੈ
ਵੀ ਡਾਇਰੈਕਟ ਐਕਸੈਸ ਕਿਹੜੀ ਹੁੰਦੀ ਹੈ, ਤਾਂ ਉਹ ਹੁੰਦੀ ਹੈ ਜੀ ਤੁਹਾਡੀ ਮੈਗਨੈਟਿਕ ਡਿਸਕ। ਠੀਕ ਹੈ। ਜੇ ਪੁੱਛੇ ਸੀਕੁਐਂਸ਼ਲ ਐਕਸੈਸ, ਉਹ ਹੁੰਦੀ ਹੈ ਜੀ ਤੁਹਾਡੀ ਮੈਗਨੈਟਿਕ ਟੇਪ। ਠੀਕ ਹੈ। ਹੁਣ ਇਹਨੂੰ ਯਾਦ ਕਿਵੇਂ ਰੱਖੋਗੇ, ਦੇਖੋ ਡਾਇਰੈਕਟ ਐਕਸੈਸ ਨੂੰ ਆਪਾਂ ਬਾਅਦ ਚੋਂ ਕਰਦੇ ਹਾਂ, ਪਹਿਲਾਂ ਸੀਕੁਐਂਸ਼ਲ ਐਕਸੈਸ ਦੀ ਆਪਾਂ ਐਗਜ਼ਾਮਪਲ ਲੈਂਦੇ ਹਾਂ, ਇੱਥੋਂ ਤੁਹਾਨੂੰ ਕਲੀਅਰ ਹੋ ਜਾਊਗਾ। ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਕੀ ਸੀ, ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੀ ਹੈ। ਠੀਕ ਹੈ। ਤਾਂ ਕੀ ਹੁੰਦੇ ਸੀ, ਆਪਣੇ ਡੈਕ ਜਾਂ ਆਪਣਾ VCR ਵਗੈਰਾ ਹੁੰਦੇ ਸੀ। ਠੀਕ ਹੈ ਜੀ। ਉਹਦੇ ਵਿੱਚ ਰੀਲ ਹੁੰਦੀ ਸੀ ਨਾ ਜੀ, ਬਿਲਕੁਲ। ਕੀ ਸੀਗਾ, ਰੀਲ ਨੂੰ ਆਪਾਂ ਡੈਕ ਦੇ ਵਿੱਚ ਕੀ ਹੈ ਪਾ ਦਿੰਦੇ ਸੀ। ਠੀਕ ਹੈ। ਇਸ ਤਰ੍ਹਾਂ ਹੁੰਦੀ ਸੀਗੀ ਉਹ, ਤਾਂ ਥੱਲੇ ਡੈਕ ਦੇ ਨਾ ਬਟਨ ਲੱਗੇ ਹੁੰਦੇ ਸੀਗੇ। ਠੀਕ ਹੈ। ਆਪਾਂ ਰੀਲ ਦੇ ਵਿੱਚ 8 ਗਾਣੇ ਹੁੰਦੇ ਸੀਗੇ। ਆਪਾਂ ਕਹਿੰਦੇ ਸੀਗੇ ਵੀ ਯਾਰ ਆਪਾਂ ਪਹਿਲਾ ਗਾਣਾ ਵਧੀਆ ਨਹੀਂ, ਮੈਨੂੰ 5ਵਾਂ ਗਾਣਾ ਪਸੰਦ ਹੈ। ਤਾਂ ਮੈਂ 5ਵਾਂ ਗਾਣਾ ਜਦੋਂ ਲਾਉਣਾ ਹੁੰਦਾ ਤਾਂ ਮੈਨੂੰ ਸਿੱਧਾ ਨਹੀਂ ਸੀ ਮੈਂ ਉਹਨੂੰ ਲਾ ਸਕਦਾ 5ਵੇਂ ਗਾਣੇ। ਮੈਨੂੰ ਕੀ ਕਰਨਾ ਪੈਂਦਾ ਸੀਗਾ, ਸਾਰੇ ਗਾਣੇ ਸੀਗੇ ਜਿਹੜੇ ਉਹ ਇੱਕ ਬਟਨ ਪ੍ਰੈਸ ਕਰਕੇ ਸੀਕੁਐਂਸ ਦੇ ਵਿੱਚ ਨੱਪ ਕੇ ਰੱਖਣਾ ਪੈਂਦਾ ਸੀਗਾ, ਅਤੇ ਉਹ ਅੱਗੇ ਵਧੀ ਜਾਂਦੀ ਰਹਿੰਦੀ ਸੀ, ਤਾਂ ਫਿਰ ਜਾ ਕੇ ਕਿਤੇ 5ਵਾਂ ਗਾਣਾ ਲੱਗਦਾ ਸੀ। ਇਹਦਾ ਕਹਿਣ ਦਾ ਮਤਲਬ ਕੀ ਹੋਇਆ, ਸੀਕੁਐਂਸ਼ਲ ਐਕਸੈਸ ਕੀ ਹੈ, ਜਿੰਨਾ ਚਿਰ ਆਪਾਂ ਸੀਕੁਐਂਸ ਦੇ ਵਿੱਚ ਅੱਗੇ ਅੱਗੇ ਵੱਧਦੇ ਜਾਵਾਂਗੇ, ਸਿੱਧਾ ਨਹੀਂ ਆਪਾਂ ਜਾ ਸਕਦੇ ਕਿਸੇ ਚੀਜ਼ ਦੇ ਵੱਲ, ਤਾਂ ਆਪਾਂ ਨੂੰ ਸਟੈਪ ਬਾਏ ਸਟੈਪ ਜਾਣਾ ਪਊ, ਸੀਕੁਐਂਸ ਦੇ ਵਿੱਚ ਜਾਣਾ ਪਊਗਾ। ਠੀਕ ਹੈ। ਤਾਂ ਮੈਗਨੈਟਿਕ ਟੇਪ ਉਹੀ ਹੁੰਦੀ ਹੈ ਜੀ, ਜਿਹੜੀ ਆਪਣੀ ਆਹ ਰੀਲਾਂ ਵਗੈਰਾ ਨੇ। ਤਾਂ ਸੀਕੁਐਂਸ਼ਲ ਐਕਸੈਸ ਤਾਂ ਕਰਕੇ ਇਹਨਾਂ ਨੂੰ ਕਿਹਾ ਜਾਂਦਾ। ਡਾਇਰੈਕਟ ਐਕਸੈਸ ਕੀ ਹੈ, CD ਹੈ। CD ਆਪਾਂ ਕੀ ਸੀ, DVD ਉਹਦੇ ਵਿੱਚ ਪਾਉਂਦੇ ਹੁੰਦੇ ਸੀ, VCD ਪਲੇਅਰ ਦੇ ਵਿੱਚ। ਠੀਕ ਹੈ। ਅਤੇ ਰਿਮੋਟ ਨਾਲ ਕੀ ਕਰਦੇ ਸੀ, ਸਿੱਧਾ ਨੱਪ ਦਿੰਦੇ ਸੀ ਵੀ ਸਾਨੂੰ 5ਵਾਂ ਗਾਣਾ ਪਸੰਦ ਹੈ, 5ਵਾਂ ਸਿੱਧਾ ਚੱਲ ਪੈਂਦਾ ਸੀ। ਠੀਕ ਹੈ। ਤਾਂ ਕਰਕੇ ਉਹ ਕੀ ਸੀਗੇ, ਡਾਇਰੈਕਟ ਸਿੱਧਾ ਸੀਗਾ, ਤਾਂ ਡਾਇਰੈਕਟ ਐਕਸੈਸ ਹੈ ਜੀ। ਠੀਕ ਹੈ। ਹੁਣ ਆਉਂਦੀ ਹੈ ਜੀ ਗੱਲ ਮੈਗਨੈਟਿਕ ਡਿਸਕ ਦੀ। ਮੈਗਨੈਟਿਕ ਡਿਸਕ ਇਜ਼, ਪੇਪਰ 'ਚ ਪੁੱਛ ਲੈਣ, ਕੋਟਡ ਵਿਦ, ਕਾਹਦੇ ਨਾਲ ਕੋਟ ਹੁੰਦੀ ਹੈ, ਤਾਂ ਇਹ ਹੁੰਦੀ ਹੈ ਜੀ ਆਇਰਨ ਆਕਸਾਈਡ। ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ, ਆਇਰਨ ਆਕਸਾਈਡ। ਠੀਕ ਹੈ ਜੀ, ਆਇਰਨ ਆਕਸਾਈਡ। ਤਾਂ ਇੱਥੇ ਹੀ ਆਪਾਂ ਸੈਸ਼ਨ ਦਾ ਕੀ ਹੈ ਜੀ ਅੰਤ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ। ਤੁਹਾਡਾ ਜਿਹੜਾ ਲਾਈਕ ਹੈ ਉਹ ਮੇਰੇ ਲਈ ਐਪਰੀਸ਼ੀਏਸ਼ਨ ਦਾ ਕੰਮ ਕਰਦਾ ਹੈ। ਮੋਟੀਵੇਟ ਹੋ ਕੇ ਮੈਂ ਤੁਹਾਨੂੰ ਕੀ ਹੈ ਜੀ ਹੋਰ ਵੀ ਜ਼ਿਆਦਾ ਪੰਜਾਬ ਦੇ ਨਾਲ ਰਿਲੇਟਡ, ਸੈਂਟਰ ਦੀਆਂ ਜਿੰਨੀਆਂ ਕੋਈ ਪੋਸਟਾਂ ਨੇ ਉਹਦੇ ਨਾਲ ਰਿਲੇਟਡ ਵੀਡੀਓਜ਼ ਅਪਲੋਡ ਕਰਦਾ ਰਹੂੰਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵਾਚ ਕਰਨ ਦੇ ਲਈ।